Let us now continue the lesson solution. In last videos we have already discussed methods for expressing the concentration of solution. Let us now continue it with the solubility of solids in liquids and solubility of gases in liquids. First of all, we will do the solubility of solids in liquids. Solubility means घुल जाना, ठीक है जी। लिक्विड्स के तरल पदार्थों के विच ठोस पदार्थों का घुलना बहुत ही ईजी है कि तरल पदार्थों के विच ठोस जो घुलते नहीं, डिजोल्व घुलण नूं आपां कहने डिजोल्व, जो डिजोल्व होंदे तो उस प्रोसैस नूं आपां डिसोल्यूशन कहने। डिजोल्व तो डिसोल्यूशन बन गया, ठीक है जी। डिसोल्यूशन कह लो चाहे डिसोल्यूशन कह लो चाहे। ਜਦੋਂ कि कोई भी सल्यूट असी सॉल्वेंट ਦੇ ਵਿੱਚ ਐਡ ਕਰਦੇ ਹਾਂ ਤਾਂ ਉਹ ਸल्यूट ਆ ਜਿਹੜਾ ਪਹਿਲਾਂ ਤਾਂ ਸॉल्वेंट ਦੇ ਵਿੱਚ ਦੇਖੋ ਕੋਈ ਸल्यूट ਨਹੀਂ ਹੈਗਾ। ਜਦੋਂ ਸॉल्वेंट ਦੇ ਵਿੱਚ ਅਸੀਂ सल्यूट ਪਾਇਆ ਤਾਂ ਉਹਦੀ ਕਨਸੈਂਟ੍ਰੇਸ਼ਨ ਉਹਦੇ ਵਿੱਚ ਵੱਧ ਗਈ, ਤਾਂ ਉਹਦੇ ਵਿੱਚ ਉਹਦੀ ਕਨਸੈਂਟ੍ਰੇਸ਼ਨ ਵੱਧ ਗਈ ਤੇ ਇਸ ਤਰ੍ਹਾਂ ਜਿਹੜਾ ਪ੍ਰੋਸੈਸ ਚੱਲਦਾ ਕਿ सल्यूट ਆ ਜਿਹੜਾ ਉਹ ਡਿਸੋਲਵ ਹੋ ਰਿਹਾ ਸॉल्वेंट ਦੇ ਵਿੱਚ ਔਰ ਉਸ ਦੀ ਕਨਸੈਂਟ੍ਰੇਸ਼ਨ ਵੱਧਦੀ ਜਾ ਰਹੀ ਹੈ, ਉਸ ਨੂੰ ਆਪਾਂ ਕਹਿੰਦੇ ਆ ਡਿਸੋਲੂਸ਼ਨ। नैक्सट है दूसरा पॉइंट इसे क्रिस्टलाइजेशन। क्रिस्टलाइजेशन की है कि जो असी इन्ना ज़्यादा सल्यूट आ जड़ा ਉਹਦੇ ਵਿੱਚ डिजोल्व करता सॉल्वेंट ਦੇ ਵਿੱਚ कि एक इक्विलिब्रियम बन गया। उस इक्विलिब्रियम ते की हो रहा कि ਜਦੋਂ ਅਸੀਂ सल्यूट ਨੂੰ डिजोल्व करते हैं ਤਾਂ ਨਾਲ ਦੀ ਨਾਲ ਉਹਦੇ क्रिस्टल्स बन जाते हैं, यानी कि सॉलिड 'ਚ कन्वर्ट हो जाता। ਜਦੋਂ कि सल्यूट पार्टिकल्स ने ਜਿਹੜੇ सल्यूशन ਦੇ ਵਿੱਚ ਆਲਰੇਡੀ ਘੁਲੇ ਹੋਏ ਨੇ, ਪਹਿਲਾਂ ਅਸੀਂ ਉੱਪਰੋਂ ਦੀ ਹੋਰ ਸੋਲਿਡ सल्यूट ਪਾ ਰਹੇ ਹਾਂ, ਉਹ ਜਦੋਂ ਉਹਦੇ ਨਾਲ ਕੋਲਾਈਡ ਕਰਦੇ ਨੇ ਜਿਹੜੇ ਆਲਰੇਡੀ ਪਹਿਲਾਂ ਘੁਲੇ ਹੋਏ ਨੇ ਉਹਦੇ ਨਾਲ, ਜਦੋਂ ਉਹਦੇ ਨਾਲ ਉਹਦੀ ਕੋਲੀਜ਼ਨ ਹੁੰਦੀ ਹੈ ਤਾਂ ਉਹ ਕ੍ਰਿਸਟਲ ਦੇ ਵਿੱਚ ਕਨਵਰਟ ਹੋ ਜਾਂਦੇ ਨੇ ਔਰ ਇਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਆ ਕ੍ਰਿਸਟਲਾਈਜੇਸ਼ਨ। ਔਰ ਇਹਦੇ ਵਿੱਚ ਇੱਕ ਹੋਰ ਦੋ ਪੁਆਇੰਟ ਨੇ, ਸੈਚੂਰੇਟਡ ਸੋਲੂਸ਼ਨ ਐਂਡ ਅਨਸੈਚੂਰੇਟਡ ਸੋਲੂਸ਼ਨ। ਸੈਚੂਰੇਟਡ ਸੋਲੂਸ਼ਨ ਤੇ ਅਨਸੈਚੂਰੇਟਡ ਤੁਸੀਂ ਪਹਿਲਾਂ ਪਿਛਲੀਆਂ ਕਲਾਸਿਸ ਦੇ ਵਿੱਚ ਤੁਸੀਂ ਡਿਸਕਸ ਕਰ ਚੁੱਕੇ ਹੋ। ਇਸ ਨੂੰ ਪੰਜਾਬੀ ਦੇ ਵਿੱਚ ਕਹਿੰਦੇ ਨੇ ਸੰਤ੍ਰਿਪਤ ਘੋਲ ਅਤੇ ਅਸੰਤ੍ਰਿਪਤ ਘੋਲ। ਸੰਤ੍ਰਿਪਤ ਘੋਲ ਉਹ ਹੁੰਦਾ ਜਿਵੇਂ ਕਿ ਆਪਾਂ ਖਾਂਦੇ ਹਾਂ ਕਿ ਖਾਣਾ ਖਾਂਦੇ ਹਾਂ ਤਾਂ ਆਪਾਂ ਕਹਿੰਦੇ ਇਸ ਤਾਂ ਤ੍ਰਿਪਤ ਹੋ ਗਏ। ਤ੍ਰਿਪਤ ਹੋ ਗਏ ਮਤਲਬ ਅਸੀਂ ਬਿਲਕੁਲ ਰੱਜ ਚੁੱਕੇ ਹਾਂ। ਸੈਚੂਰੇਟਡ ਸੋਲੂਸ਼ਨ ਉਹ ਹੁੰਦਾ ਜਿਹਦੇ ਵਿੱਚ ਅਸੀਂ ਸਲਿਊਟ ਨੂੰ ਜਦੋਂ ਡਿਜ਼ੋਲਵ ਕਰ ਰਹੇ ਹਾਂ ਸੋਲਵੈਂਟ ਦੇ ਵਿੱਚ ਤੇ ਉਹ ਪੂਰੀ ਤਰ੍ਹਾਂ ਰੱਜ ਚੁੱਕਿਆ ਹੋ, ਹੋਰ ਸਲਿਊਟ ਉਹਦੇ ਵਿੱਚ ਡਿਜ਼ੋਲਵ नहीं होएगा। जेकर असी होर सल्यूट उस डिजोल्व कर देंगे तो डिजोल्व नहीं होंदा। उदों की होंदा फिर इक्विलिब्रियम कंडीशन बन गई तो नाल दी नाल क्रिस्टल बनने शुरू हो जाते, यानी कि सॉलिड च कन्वर्ट होना शुरू हो जाता है। उसनूं आपां कहने सैचूरेटेड सोल्यूशन। नैक्सट हैगा अनसैचूरेटेड सोल्यूशन। अनसैचूरेटेड दे विच की हुंदा कि जदों असी सल्यूट नूं डिजोल्व करदे हां सॉल्वेंट तो होर घुल जांदा, घुली जांदा, यानी कि हाले होर ਉਹਦੇ ਵਿੱਚ सल्यूट घुल सकता, उसनूं आपां कहने अनसैचूरेटेड सोल्यूशन। नैक्सट है ने फैक्टर्स। ਜਾਂ ਆਪਾਂ ਸੋਲੂਬਿਲਿਟੀ ਦੇ ਵਿੱਚ ਦੀ ਜੇਕਰ ਡੈਫੀਨੇਸ਼ਨ ਦੇਣੀ ਆ ਤਾਂ ਤੁਸੀਂ ਇਹ ਲਿਖ ਸਕਦੇ ਹੋਗੇ ਕਿ ਮੈਕਸਿਮਮ ਅਮਾਉਂਟ ਆਫ ਦਾ ਸੋਲਿਡ ਜਿਹੜਾ ਕਿ ਡਿਜ਼ੋਲਵ ਕਰ ਰਿਹਾ 100 ਗ੍ਰਾਮ ਆਫ ਦਾ ਸੋਲਵੈਂਟ। ਦੇਖੋ ਬੇਟੇ ਆਪਾਂ ਜਦੋਂ ਸੋਲਵੈਂਟ ਲੈ ਲਿਆ, ਮੰਨ ਲਓ ਵੀ ਆਪਾਂ 1 ਲੀਟਰ ਵਾਟਰ ਲੈ ਲਿਆ, ਉਹਦੇ ਵਿੱਚ ਅਸੀਂ ਹਾਫ kg ਸ਼ੂਗਰ ਨੂੰ ਡਿਜ਼ੋਲਵ ਕਰਤਾ ਜਾਂ ਹਾਫ kg ਨਮਕ ਨੂੰ ਅਸੀਂ ਡਿਜ਼ੋਲਵ ਕਰਤਾ। ਉਸ ਤੋਂ ਬਾਅਦ ਅਸੀਂ ਕਹਿੰਦੇ ਆਂਗੇ ਹੋਰ ਡਿਜ਼ੋਲਵ ਕਰਨਾ ਵੀ ਚਲੋ ਇਹ 'ਚ ਪਾਣੀ ਹੋਰ ਪਾ ਦਿਓ ਥੋੜ੍ਹਾ ਜਿਹਾ, ਤਾਂ ਇਸ ਤਰ੍ਹਾਂ ਆਪਾਂ ਕੰਸਨਟ੍ਰੇਸ਼ਨ ਨੂੰ ਫਾਈਂਡ, ਸੋਲੂਬਿਲਿਟੀ ਨੂੰ ਫਾਈਂਡ ਨਹੀਂ ਕਰ ਸਕਦੇ। ਅਸੀਂ ਸੋਲਵੈਂਟ ਫਿਕਸ ਲੈਣਾ, ਚਾਹੇ 100 ਗ੍ਰਾਮ ਲੈ ਲਓ ਚਾਹੇ 1000 ਲੈ ਲਓ, ਜਿੰਨਾ ਵੀ ਲੈ ਲਓ, ਉਹਦੇ ਵਿੱਚ ਹੀ ਅਸੀਂ ਸਲਿਊਟ ਨੂੰ ਡਿਜ਼ੋਲਵ ਕਰਨਾ। ਤਾਂ ਉਹਦੇ ਵਿੱਚ ਹੀ ਅਸੀਂ ਦੇਖਣਾ ਕਿ ਉਹ ਸੈਚੂਰੇਟਡ ਸੋਲੂਸ਼ਨ ਤੇ ਸੈਚੂਰੇਟਡ ਜਿਹੜਾ ਪੁਆਇੰਟ ਆ ਉਹਦੇ ਤੇ ਕਦੋਂ ਪਹੁੰਚ ਗਿਆ ਔਰ ਹਾਲੇ ਅਨਸੈਚੂਰੇਟਡ ਹੀ। ਇਹ ਅਸੀਂ ਦੋਨੇ ਪੁਆਇੰਟ ਨੋਟ ਕਰਨੇ ਨੇ। ਫਿਰ ਉਹਦੇ ਵਿੱਚ ਹੀ ਅਸੀਂ ਕ੍ਰਿਸਟਲਾਈਜੇਸ਼ਨ ਨੂੰ ਦੇਖਣਾ ਹੈ, ਯਾਨੀ ਕਿ ਅਸੀਂ ਡੈਫੀਨੇਸ਼ਨ ਦੇ ਵਿੱਚ ਫਿਰ ਕਹਿ ਸਕਦੇ ਹਾਂ ਕਿ ਵੱਧ ਤੋਂ ਵੱਧ ਜਿਹੜਾ ਸਲਿਊਟ ਅਸੀਂ ਡਿਜ਼ੋਲਵ ਕਰ ਰਹੇ ਹਾਂ, ਮੰਨ ਲਓ ਕਿ 100 ਗ੍ਰਾਮ ਸੋਲਵੈਂਟ ਦੇ ਵਿੱਚ ਡਿਜ਼ੋਲਵ ਕਰ ਰਹੇ ਹਾਂ, ਤਾਂ ਕਿੰਨਾ ਡਿਜ਼ੋਲਵ ਹੋ ਸਕਦਾ ਹੋ। मैक्सिमम अमाउंट ऑफ द सॉलिड दैट डिजोल्व्स इन 100 ग्राम ऑफ द सॉल्वेंट और गिवन टैंपरेचर के उत्ते टैंपरेचर चेंज नहीं होगा, फिक्स टैंपरेचर होएगा, तो उसमें असीं कहने आगे कि वो सॉल्युबिलिटी है। नैक्सट है ने फैक्टर्स जिहड़े अफेक्ट करते हैं सॉल्युबिलिटी ऑफ सॉलिड इन लिक्विड। ਉਹਦੇ ਵਿੱਚ ਇੱਕ ਤਾਂ नेचर हो गई सल्यूट की ते सॉल्वेंट की कि सल्यूट ते सॉल्वेंट किहड़े ਉਹਦੇ ਵਿੱਚ यूज़ किए गए ने। ਉਹਦੇ ਵਿੱਚ एक पॉइंट आ तुहाडी बुक के उत्ते लिखा होया लाइक डिजोल्व्स लाइक।
ਲਾਈਕ ਡਿਜ਼ੋਲਵਸ ਲਾਈਕ ਦੇ ਉੱਤੇ ਇੱਕ ਕੁਐਸਚਨ ਵੀ ਆਉਂਦਾ ਕਿ ਕਮੈਂਟ ਕਰੋ ਲਾਈਕ ਡਿਜ਼ੋਲਵਸ ਲਾਈਕ, ਮਤਲਬ ਕਿ ਇੱਕੋ ਜਿਹਿਆਂ ਦੇ ਵਿੱਚ ਹੀ ਘੁਲਦੇ ਨੇ। ਹੁਣ ਇੱਕੋ ਜਿਹੇ ਕਿਹੜੇ ਨੇ? ਇੱਕੋ ਜਿਹੇ ਕੌਣ ਹੁੰਦੇ ਨੇ? ਪੋਲਰ ਔਰ ਨਾਨ ਪੋਲਰ। ਇਸ ਤਰ੍ਹਾਂ ਦੇ ਅਸੀਂ ਸੋਲਿਊਟ ਤੇ ਸੋਲਵੈਂਟ ਨੇ ਜਿਹੜੇ, ਇਹਨਾਂ ਨੂੰ ਦੋ ਦੇ ਵਿੱਚ ਇਸ ਤਰ੍ਹਾਂ ਡਿਵਾਈਡ ਕੀਤਾ ਹੈ, ਇੱਕ ਪੋਲਰ ਸੋਲਵੈਂਟ ਤੇ ਸੋਲਿਊਟ ਔਰ ਇੱਕ ਨਾਨ ਪੋਲਰ ਸੋਲਵੈਂਟ ਐਂਡ ਸੋਲਿਊਟ। ਹੁਣ ਪੋਲਰ ਸੋਲਵੈਂਟ ਨੇ ਜਿਹੜੇ, ਉਹਦੇ ਵਿੱਚ ਪੋਲਰ ਸੋਲਿਊਟ ਹੀ ਡਿਜ਼ੋਲਵ ਹੋਣਗੇ, ਔਰ ਨਾਨ ਪੋਲਰ ਸੋਲਵੈਂਟ ਦੇ ਵਿੱਚ ਨਾਨ ਪੋਲਰ ਸੋਲਿਊਟ ਜਿਹੜੇ ਉਹ ਡਿਜ਼ੋਲਵ ਹੋਣਗੇ। ਪੋਲਰ ਦੇ ਵਿੱਚ ਹੁਣ ਆਇਨਿਕ ਆ ਗਏ, ਜਿਵੇਂ ਕਿ ਸੋਡੀਅਮ ਕਲੋਰਾਈਡ ਆ, ਇਹ ਆਇਨਿਕ ਕੰਪਾਊਂਡ ਹੈ, ਇੱਕ ਆਇਨਸ ਤੋਂ ਬਣਿਆ ਹੋਇਆ। ਤਾਂ ਜਿਹੜਾ ਪਾਣੀ ਆ, ਵਾਟਰ ਆ, ਉਹ ਵੀ ਆਇਨਿਕ ਆ, ਜਾਣੀ ਕਿ ਇਹ ਵੀ ਪੋਲਰ ਆ, ਸੋਡੀਅਮ ਕਲੋਰਾਈਡ ਵੀ ਪੋਲਰ ਆ, ਤਾਂ ਨਮਕ ਆਸਾਨੀ ਦੇ ਨਾਲ ਉਹਦੇ ਵਿੱਚ ਘੁਲ ਜਾਂਦਾ। ਜਦ ਕਿ ਜਿਹੜੀ ਸ਼ੂਗਰ ਆ ਉਹ ਨਾਨ ਪੋਲਰ ਆ, ਜਿਹਦੇ ਵਿੱਚ ਕਿ ਕੋਵੈਲੈਂਟ ਬੌਂਡ ਬਣਿਆ ਹੋਇਆ, ਉਹ ਘੁਲਦੀ ਆ ਪਰ ਇੰਨਾ ਈਜ਼ੀਲੀ ਨਹੀਂ ਘੁਲਦੀ ਹੈਗੀ। ਨਮਕ ਬਹੁਤ ਈਜ਼ੀਲੀ ਘੁਲ ਜਾਂਦਾ ਹੈ। ਤੇ ਜਿਹੜੇ ਨਾਨ ਪੋਲਰ ਨੇ ਉਹ ਨਾਨ ਪੋਲਰ ਦੇ ਵਿੱਚ ਡਿਜ਼ੋਲਵ ਕਰਦੇ। ਇਸੇ ਕਰਕੇ ਅਸੀਂ ਕਹਿੰਦੇ ਕਿ ਲਾਈਕ ਡਿਜ਼ੋਲਵਸ ਲਾਈਕ। ਜਿਵੇਂ ਕਿ ਨੈਫਥਲੀਨ ਬਾਲਸ ਹੋ ਗਈਆਂ, ਨੈਫਥਲੀਨ ਜਿਹਨੂੰ ਆਪਾਂ ਕਹਿ ਦਿੰਦੇ ਆਂਗੇ ਬਾਲਸ, ਜਿਹੜੀਆਂ ਆਪਾਂ ਗਰਮ ਕੱਪੜਿਆਂ ਦੇ ਵਿੱਚ ਨਹੀਂ ਰੱਖਦੇ ਹੈਗੇ, ਆਪਾਂ ਜਿਹਨੂੰ ਫਰਨੈਲ ਦੀਆਂ ਗੋਲੀਆਂ ਕਹਿ ਦਿੰਦੇ ਆਪਾਂ, ਉਸ ਨੂੰ ਆਪਾਂ ਰੱਖਦੇ, ਉਹ ਪਾਣੀ ਦੇ ਵਿੱਚ ਨਹੀਂ ਡਿਜ਼ੋਲਵ ਹੁੰਦੀਆਂ ਕਿਉਂਕਿ ਉਹ ਕੀ ਨੇ? ਨਾਨ ਪੋਲਰ ਨੇ। ਉਹ ਨਾਨ ਪੋਲਰ ਦੇ ਵਿੱਚ ਡਿਜ਼ੋਲਵ ਹੋਣਗੀਆਂ। ਜਿਵੇਂ ਕਿ ਬੈਂਜੀਨ ਹੋ ਗਿਆ, ਜਿਨ੍ਹਾਂ ਦੀ ਪੋਲੈਰਿਟੀ ਨਹੀਂ ਹੈਗੀ, ਬੈਂਜੀਨ ਹੋ ਗਿਆ ਜਾਂ ਕਾਰਬਨ ਟੈਟਰਾਕਲੋਰਾਈਡ ਹੋ ਗਿਆ, ਉਹਦੇ ਵਿੱਚ ਈਜ਼ੀਲੀ ਡਿਜ਼ੋਲਵ ਕਰਨਗੇ। ਇਸ ਤਰ੍ਹਾਂ ਤੁਸੀਂ ਇਸ ਕੁਐਸਚਨ ਦਾ ਆਨਸਰ ਦੇ ਸਕਦੇ ਹੋ ਕਿ ਲਾਈਕ ਡਿਜ਼ੋਲਵਸ ਲਾਈਕ ਦੇ ਵਿੱਚ ਕੀ ਹੈ? ਲਾਈਕ ਵਾਲੇ ਇੱਕੋ ਜਿਹਿਆਂ ਦੇ ਵਿੱਚ ਹੀ ਡਿਜ਼ੋਲਵ ਕਰਦੇ ਨੇ। ਨੈਕਸਟ ਹੈਗਾ ਫਿਰ ਇਫੈਕਟ ਆਫ ਟੈਂਪਰੇਚਰ, ਕਿ ਟੈਂਪਰੇਚਰ ਦਾ ਕੀ ਇਫੈਕਟ ਪਾਏਗਾ ਇਹਦੇ ਤੇ। ਟੈਂਪਰੇਚਰ ਦਾ ਇਫੈਕਟ ਹੁਣ ਤਿੰਨ ਤਰ੍ਹਾਂ ਦੇ ਨਾਲ ਆ। ਇੱਕ ਤਾਂ ਹੈਗਾ ਇਨਕਰੀਜ਼ ਕਰਦਾ, ਜਿਵੇਂ ਟੈਂਪਰੇਚਰ ਨੂੰ ਆਪਾਂ ਇਨਕਰੀਜ਼ ਕਰਦੇ ਹਾਂ ਤਾਂ ਸੋਲਿਬਿਲਿਟੀ ਇਨਕਰੀਜ਼ ਹੁੰਦੀ ਆ। ਹੁਣ ਕਿੰਨਾ ਦੀ ਸੋਲਿਬਿਲਿਟੀ ਇਨਕਰੀਜ਼ ਹੋਏਗੀ? ਜਿਹੜੇ ਕਿ ਐਂਡੋਥਰਮਿਕ ਹੋਣਗੇ, ਠੀਕ ਹੈ ਜੀ। ਐਂਡੋਥਰਮਿਕ ਜਿਹੜੇ ਰਿਐਕਸ਼ਨਸ ਨੇ, ਹੁਣ ਐਂਡੋਥਰਮਿਕ ਦਾ ਮਤਲਬ ਕੀ ਹੁੰਦਾ? ਜਿਹੜੇ ਹੀਟ ਅੰਦਰ ਲੈ ਕੇ ਜਾਂਦੇ ਨੇ, ਜਿਹੜੇ ਕਿ ਹੀਟ, ਜੇ ਉਹਨਾਂ ਨੂੰ ਆਪਾਂ ਹੀਟ ਦੇਵਾਂਗੇ ਤਾਂ ਉਹ ਰਿਐਕਸ਼ਨ ਅੱਗੇ ਪ੍ਰੋਸੀਡ ਕਰਦਾ ਹੈ। ਹੀਟ ਦੇਣੀ ਪੈਂਦੀ ਉਹਨਾਂ ਨੂੰ। ਇਹਦਾ ਮਤਲਬ ਜੇਕਰ ਆਪਾਂ ਉਹਨੂੰ ਹੀਟ ਦਿੰਦੇ ਆ ਤਾਂ ਰਿਐਕਸ਼ਨ ਅੱਗੇ ਪ੍ਰੋਸੀਡ ਕਰਦਾ, ਤੇ ਜੇ ਅਸੀਂ ਉਹਦਾ ਟੈਂਪਰੇਚਰ ਵਧਾ ਦਾਂਗੇ ਤਾਂ ਇਹਦਾ ਮਤਲਬ ਰਿਐਕਸ਼ਨ ਹੋਰ ਜ਼ਿਆਦਾ ਪ੍ਰੋਸੀਡ ਕਰੂਗਾ। ਇਟ ਮੀਨਸ ਉਹਦੀ ਸੋਲਿਬਿਲਿਟੀ ਇਨਕਰੀਜ਼ ਹੋਏਗੀ। ਯਾਨੀ ਕਿ ਜਿਹੜੇ ਇੱਥੇ ਤੁਸੀਂ ਲਿਖ ਸਕਦੇ ਹੋ ਕਿ ਐਂਡੋਥਰਮਿਕ ਨੇ, ਜਿਹੜੇ ਐਂਡੋਥਰਮਿਕ ਜਿਹੜੇ ਰਿਐਕਸ਼ਨਸ ਹੋਣਗੇ ਉਹਨਾਂ ਦੀ ਸੋਲਿਬਿਲਿਟੀ ਹੈ ਜਿਹੜੀ ਉਹ ਇਨਕਰੀਜ਼ ਹੋਏਗੀ ਜਿਵੇਂ ਹੀ ਅਸੀਂ ਟੈਂਪਰੇਚਰ ਨੂੰ ਇਨਕਰੀਜ਼ ਕਰਾਂਗੇ। ਨੈਕਸਟ ਹੈਗਾ ਡਿਕਰੀਜ਼ਸ ਵਿਦ ਟੈਂਪਰੇਚਰ। ਜੇਕਰ ਅਸੀਂ ਟੈਂਪਰੇਚਰ ਨੂੰ ਵਧਾਉਂਦੇ ਹਾਂ, ਕੁਝ ਇਸ ਤਰ੍ਹਾਂ ਦੇ ਸੋਲਿਊਸ਼ਨ ਨੇ ਜਿਨ੍ਹਾਂ ਦੇ ਵਿੱਚ ਸੋਲਿਊਟ ਨੂੰ, ਮਤਲਬ ਸੋਲਵੈਂਟ ਦੇ ਵਿੱਚ ਜਦੋਂ ਅਸੀਂ ਸੋਲਿਊਟ ਪਾਉਂਦੇ ਹਾਂ ਤੇ ਜੇਕਰ ਉਸ ਨੂੰ ਅਸੀਂ ਉਹਦਾ ਟੈਂਪਰੇਚਰ ਵਧਾਉਂਦੇ ਹਾਂ, ਯਾਨੀ ਕਿ ਗਰਮ ਕਰਦੇ ਹਾਂ, ਤਾਂ ਉਹਦੀ ਸੋਲਿਬਿਲਿਟੀ ਘਟ ਜਾਂਦੀ ਹੈਗੀ। ਉਹ ਕਿਹੜੇ ਰਿਐਕਸ਼ਨ ਹੋਣਗੇ? ਉਹ ਐਗਜ਼ੋਥਰਮਿਕ ਰਿਐਕਸ਼ਨ ਹੋਣਗੇ। ਐਗਜ਼ੋਥਰਮਿਕ ਮਤਲਬ ਜਿਹੜੇ ਕਿ ਪਹਿਲਾਂ ਹੀ ਹੀਟ ਬਾਹਰ ਕੱਢ ਰਹੇ ਨੇ। ਹੀਟ ਜਦੋਂ ਉਹ ਬਾਹਰ ਕੱਢਦੇ ਨੇ, ਹੀਟ ਤਾਂ ਉਹ ਆਲਰੇਡੀ ਬਾਹਰ ਕੱਢ ਹੀ ਰਹੇ ਨੇ। ਜੇਕਰ ਉਹਨਾਂ ਦੀ ਸੋਲਿਬਿਲਿਟੀ ਵਧਣੀ ਹੁੰਦੀ ਤਾਂ ਉਹ ਪਹਿਲਾਂ ਹੀ ਹੀਟ ਕੱਢ ਰਹੇ ਨੇ, ਪਹਿਲਾਂ ਹੀ ਉਹਨਾਂ ਦਾ ਤਾਂ ਟੈਂਪਰੇਚਰ ਵੱਧ ਰਿਹਾ ਹੈ। ਇਸ ਕਰਕੇ ਟੈਂਪਰੇਚਰ ਨੂੰ ਵਧਾਉਣ ਦੇ ਨਾਲ ਉਹਨਾਂ ਦੀ ਸੋਲਿਬਿਲਿਟੀ ਨਹੀਂ ਵਧੇਗੀ। ਜੇਕਰ ਵਧਾਵਾਂਗੇ ਤਾਂ ਉਨੀ ਹੀਟ ਬਾਹਰ ਨਿਕਲ ਜਾਊਗੀ। ਸੋਲਿਬਿਲਿਟੀ ਤਾਂ ਜਿਹੜੀ ਉਹਦਾ ਹੈਗਾ ਪ੍ਰੋਸੈਸ ਉਨੀ ਕੀ ਹੀ ਰਹੂਗੀ। ਨੈਕਸਟ ਹੈਗਾ ਸੋਲਿਬਿਲਿਟੀ ਸ਼ੋਜ਼ ਇਰੈਗੂਲਰ ਬਿਹੇਵੀਅਰ। ਸੋਲਿਬਿਲਿਟੀ ਇਰੈਗੂਲਰ ਬਿਹੇਵੀਅਰ ਦਾ ਮਤਲਬ ਕਦੇ ਇਨਕਰੀਜ਼ ਹੁੰਦੀ ਆ ਔਰ ਕਦੇ ਡਿਕਰੀਜ਼ ਹੋ ਜਾਂਦੀ ਹੈਗੀ। ਜਿਹੜੇ ਪੁਆਇੰਟ ਦੇ ਉੱਤੇ ਜਾ ਕੇ ਸੋਲਿਬਿਲਿਟੀ, ਦੇਖੋ ਪਹਿਲਾਂ ਆਪਾਂ ਟੈਂਪਰੇਚਰ ਨੂੰ ਵਧਾਇਆ ਤਾਂ ਸੋਲਿਬਿਲਿਟੀ ਇਨਕਰੀਜ਼ ਹੋ ਗਈ, ਔਰ ਥੋੜੀ ਦੇਰ ਬਾਅਦ ਟੈਂਪਰੇਚਰ, ਮੰਨ ਲਓ ਵੀ ਕੁਝ ਟੈਂਪਰੇਚਰ 30 ਜਾਂ 32 ਡਿਗਰੀ ਸੈਲਸੀਅਸ ਹੋ ਗਿਆ ਤਾਂ ਉਸ ਤੋਂ ਬਾਅਦ ਉਹਦੀ ਸੋਲਿਬਿਲਿਟੀ ਇੱਕਦਮ ਡਿਕਰੀਜ਼ ਹੋਣੀ ਸ਼ੁਰੂ ਹੋ ਗਈ। ਉਸ ਪੁਆਇੰਟ ਨੂੰ, ਜਿਸ ਪੁਆਇੰਟ ਤੇ ਜਾ ਕੇ ਸੋਲਿਬਿਲਿਟੀ ਆ ਜਿਹੜੀ ਇੱਕਦਮ ਉਹ 'ਚ ਬ੍ਰੇਕ ਆਉਂਦੀ ਆ, ਵੱਧ ਰਹੀ ਸੀ ਇੱਕਦਮ ਘਟ ਰਹੀ ਆ, ਉਸ ਪੁਆਇੰਟ ਨੂੰ ਅਸੀਂ ਕਹਿੰਦੇ ਆ ਟ੍ਰਾਂਜੀਸ਼ਨ ਟੈਂਪਰੇਚਰ। ਉਸ ਟੈਂਪਰੇਚਰ ਨੂੰ ਆਪਾਂ ਟ੍ਰਾਂਜੀਸ਼ਨ ਟੈਂਪਰੇਚਰ ਕਹਾਂਗੇ। ਜਿਵੇਂ ਕਿ ਇੱਕ ਐਗਜ਼ਾਮਪਲ ਆ ਕਿ ਸੋਡੀਅਮ ਸਲਫੇਟ ਦੇ ਵਿੱਚ 10 ਮੋਲੀਕਿਊਲਸ ਪਾਣੀ ਦੇ, ਯਾਨੀ ਕਿ ਹਾਈਡਰੇਟਡ ਆ ਸੋਡੀਅਮ ਸਲਫੇਟ। ਜਦੋਂ ਉਸ ਨੂੰ ਅਸੀਂ ਟੈਂਪਰੇਚਰ ਉਹਦਾ ਇਨਕਰੀਜ਼ ਕਰਦੇ ਆਂਗੇ ਤਾਂ ਉਹਦੀ ਸੋਲਿਬਿਲਿਟੀ ਇਨਕਰੀਜ਼ ਹੁੰਦੀ ਹੈਗੀ, ਪਰ 32.8 ਡਿਗਰੀ ਸੈਲਸੀਅਸ ਤੇ ਜਾ ਕੇ ਇਹ ਜਿਹੜੇ 10 ਮੋਲੀਕਿਊਲਸ ਨੇ ਉਹਦੇ ਵਿੱਚ ਵਾਟਰ ਦੇ ਸਾਰੇ ਨੇ ਜਿਹੜੇ ਉਹ ਖਤਮ ਹੋ ਜਾਂਦੇ ਨੇ, ਯਾਨੀ ਕਿ ਐਨਹਾਈਡਰਸ ਬਣ ਜਾਂਦਾ ਸੋਡੀਅਮ ਸਲਫੇਟ। ਐਨਹਾਈਡਰਸ ਮਤਲਬ ਉਹਦੇ ਵਿੱਚ ਹੁਣ ਪਾਣੀ ਦਾ ਕੋਈ ਮੋਲੀਕਿਊਲ ਨਹੀਂ ਹੈਗਾ, ਯਾਨੀ ਕਿ ਸਾਲਟ ਦੀ ਇੱਕ ਫਾਰਮ ਚੇਂਜ ਹੋ ਗਈ। ਪਹਿਲਾਂ ਹਾਈਡਰੇਟਡ ਸੀ, ਫਿਰ ਐਨਹਾਈਡਰਸ ਬਣ ਗਿਆ। ਜਦੋਂ ਸਾਲਟ ਦੀ ਫਾਰਮ ਚੇਂਜ ਹੋ ਗਈ ਤਾਂ ਉਸ ਤੋਂ ਬਾਅਦ ਜਦੋਂ ਟੈਂਪਰੇਚਰ ਨੂੰ ਆਪਾਂ ਇਨਕਰੀਜ਼ ਕਰਦੇ ਹਾਂ ਤਾਂ ਉਹਦੀ ਸੋਲਿਬਿਲਿਟੀ ਆ ਜਿਹੜੀ ਉਹ ਡਿਕਰੀਜ਼ ਹੁੰਦੀ ਆ। ਇਹਦੇ ਵਿੱਚ ਮੋਸਟਲੀ ਇਹੀ ਸਾਲਟ ਹੁੰਦੇ ਨੇ ਜਿਨ੍ਹਾਂ ਦੇ ਵਿੱਚ
ਪਾਣੀ ਦੇ ਮੋਲੀਕਿਊਲਸ ਹੁੰਦੇ ਨੇ ਜਿਹੜੇ ਯਾਨੀ ਕਿ ਸੋਲਿਊਟਸ ਨੇ ਜਿਹੜੇ ਉਹ ਪਾਏ ਨੇ ਆਪਾਂ ਉਹ ਵਾਲੇ ਪਾਏ ਨੇ ਜਿਨ੍ਹਾਂ ਦੇ ਵਿੱਚ ਪਾਣੀ ਦੇ ਮੋਲੀਕਿਊਲਸ ਨੇ। ਸੋਲਿਊਸ਼ਨ ਆਪਾਂ ਇਸ ਤਰ੍ਹਾਂ ਦਾ ਸੋਲਿਊਟ ਨੂੰ ਜਦੋਂ ਆਪਾਂ ਸੋਲਵੈਂਟ ਦੇ ਵਿੱਚ ਡਿਸੋਲਵ ਕੀਤਾ ਤਾਂ ਇਸ ਤਰ੍ਹਾਂ ਦਾ ਸੋਲਿਊਟ ਲਿਆ ਜਿਸ 'ਚ ਜਿਹੜਾ ਕਿ ਹਾਈਡਰੇਟਡ ਆ, ਮੀਨਸ ਚਾਹੇ 10 ਮੋਲੀਕਿਊਲ ਨੇ ਜਾਂ 7 ਨੇ ਜਾਂ ਕਿੰਨੇ ਵੀ ਨੇ, ਅਲੱਗ-ਅਲੱਗ ਸਾਲਟਸ ਦੇ ਅਲੱਗ-ਅਲੱਗ ਤਰ੍ਹਾਂ ਦੇ ਨਾਲ ਨੇ। ਜਦੋਂ ਆਪਾਂ ਹਾਈਡਰੇਟਡ ਲੈਂਦੇ ਹਾਂ ਤਾਂ ਜਦੋਂ ਹਾਈਡਰੇਸ਼ਨ ਵਾਲੇ ਜਿਹੜੇ ਉਹਦੇ ਪਾਰਟੀਕਲਸ ਨੇ ਉਹ ਟੈਂਪਰੇਚਰ ਜਿਵੇਂ ਜਿਵੇਂ ਵੱਧਦਾ ਉਵੇਂ ਉਹਦੀ ਸੋਲਿਊਸ਼ਨ ਸੋਲਿਬਿਲਿਟੀ ਵੱਧਦੀ ਆ, ਪਰ ਜਿਉਂ ਹੀ ਉਹਦਾ ਐਨਹਾਈਡਰਸ ਬਣ ਜਾਂਦਾ ਸਾਲਟ, ਯਾਨੀ ਕਿ ਉਹਦੇ ਪਾਣੀ ਦੇ ਮੋਲੀਕਿਊਲ ਖਤਮ ਹੁੰਦੇ ਤਾਂ ਉਹਦੀ ਜਿਹੜੀ ਸੋਲਿਬਿਲਿਟੀ ਆ ਉਹ ਡਿਕਰੀਜ਼ ਹੋ ਜਾਂਦੀ ਹੈਗੀ। ਨੈਕਸਟ ਹੈਗਾ ਇਫੈਕਟ ਆਫ ਪ੍ਰੈਸ਼ਰ। ਪ੍ਰੈਸ਼ਰ ਦਾ ਕੀ ਇਫੈਕਟ ਪੈਂਦਾ ਜਦੋਂ ਅਸੀਂ ਸੋਲਿਡ ਨੂੰ ਲਿਕੁਇਡ ਦੇ ਵਿੱਚ ਡਿਜ਼ੋਲਵ ਕਰਦੇ ਹੈਗੇ। ਦੇਖੋ ਸੋਲਿਡ ਨੂੰ ਜਦੋਂ ਆਪਾਂ ਲਿਕੁਇਡ ਦੇ ਵਿੱਚ ਡਿਜ਼ੋਲਵ ਕਰਦੇ ਹਾਂ ਤਾਂ ਇਫੈਕਟ ਪ੍ਰੈਸ਼ਰ ਦਾ ਬਹੁਤ ਹੀ ਮਿਨੀਮਮ ਆ, ਅਗਲਾ ਵੈਸੇ ਹੈ ਹੀ ਨਹੀਂ। ਕਿਉਂ ਨਹੀਂ ਹੈਗਾ? ਕਿਉਂਕਿ ਇਹ ਜਿਹੜੇ ਲਿਕੁਇਡਸ ਤੇ ਸੋਲਿਡਸ ਨੇ ਇਨਕੰਪਰੈਸੀਬਲ ਹੁੰਦੇ ਨੇ, ਇਹਨਾਂ ਨੂੰ ਅਸੀਂ ਦਬਾ ਨਹੀਂ ਸਕਦੇ। ਸੋਲਿਡ ਨੂੰ ਤਾਂ ਬਹੁਤ ਹੀ ਬਿਲਕੁਲ ਦਬਾ ਹੀ ਨਹੀਂ ਸਕਦੇ, ਲਿਕੁਇਡ ਨੂੰ ਜੇ ਨਾ ਮਾਤਰ ਦੇ ਤਰ੍ਹਾਂ ਥੋੜ੍ਹਾ ਬਹੁਤ ਦਬਾ ਸਕਦੇ ਹਾਂ। ਹੁਣ ਇਹਦਾ ਕਾਰਨ ਕੀ ਆ? ਕਿਉਂਕਿ ਇਹਦੇ ਜਿਹੜੇ ਪਾਰਟੀਕਲਸ ਨੇ ਉਹਨਾਂ ਦੇ ਵਿਚਕਾਰ ਇੰਟਰਮੋਲੀਕੂਲਰ ਅਟਰੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਪਾਰਟੀਕਲਸ ਨੇੜੇ ਨੇੜੇ ਹੁੰਦੇ ਨੇ, ਜੇਕਰ ਆਪਾਂ ਉਹਨਾਂ ਨੂੰ ਕੰਪਰੈਸ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਤਾਂ ਪਾਰਟੀਕਲਸ ਇੰਨੇ ਹੋਰ ਜ਼ਿਆਦਾ ਨੇੜੇ ਹੁੰਦੇ ਨੇ ਕਿ ਉਹਨਾਂ ਦੇ ਵਿੱਚ ਰਿਪਲਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਆਪਾਂ ਉਹਨਾਂ ਨੂੰ ਕੰਪਰੈਸ ਕਰ ਹੀ ਨਹੀਂ ਸਕਦੇ। ਜਦੋਂ ਆਪਾਂ ਪ੍ਰੈਸ਼ਰ ਦੇਣ ਦੇ ਨਾਲ ਉਹਨਾਂ ਨੂੰ ਕੰਪਰੈਸ ਹੀ ਨਹੀਂ ਕਰ ਸਕਦੇ, ਕੋਈ ਉਹਦੇ ਵਿੱਚ ਚੇਂਜ ਨਹੀਂ ਲਿਆ ਸਕਦੇ, ਇਸ ਕਰਕੇ ਉਹਨਾਂ ਦੀ ਫਿਰ ਸੋਲਿਬਿਲਿਟੀ ਤੇ ਵੀ ਕੋਈ ਇਫੈਕਟ ਨਹੀਂ ਪੈਂਦਾ। ਇੱਥੇ ਕੁਐਸਚਨ ਵੀ ਬਣ ਸਕਦਾ ਇੱਕ, ਵਾਈ ਦੇਅਰ ਇਜ਼ ਨੋ ਇਫੈਕਟ ਆਫ ਪ੍ਰੈਸ਼ਰ ਔਨ ਦਾ ਸੋਲਿਬਿਲਿਟੀ ਆਫ ਸੋਲਿਡ ਇਨ ਲਿਕੁਇਡ। ਕਿਉਂ ਹੁੰਦਾ? ਕਿਉਂਕਿ ਇਹ ਜਿਹੜੇ ਇਨਕੰਪਰੈਸੀਬਲ ਹੁੰਦੇ ਨੇ, ਇਸ ਕਰਕੇ ਇਹ ਅਨਅਫੈਕਟਡ ਰਹਿੰਦੇ ਨੇ ਤੇ ਇਹਨਾਂ ਦੀ ਸੋਲਿਬਿਲਿਟੀ ਦੇ ਵਿੱਚ ਕੋਈ ਚੇਂਜ ਨਹੀਂ ਆਉਂਦੀ। ਨੈਕਸਟ ਹੈਗਾ ਸੋਲਿਬਿਲਿਟੀ ਆਫ ਗੈਸਿਸ ਇਨ ਲਿਕੁਇਡਸ। ਗੈਸਿਸ ਦੀ ਹੁਣ ਸੋਲਿਬਿਲਿਟੀ ਕਿਸ ਤਰ੍ਹਾਂ ਹੁੰਦੀ ਹੈਗੀ? ਗੈਸਿਸ ਜਦੋਂ ਲੈ ਲਈਏ ਤਾਂ ਆਪਾਂ ਉਹਦਾ ਵੋਲਿਊਮ ਲਵਾਂਗੇ, ਠੀਕ ਹੈ ਜੀ। ਵੋਲਿਊਮ ਆਫ ਦਾ ਗੈਸ ਜਿਹੜੀ ਕਿ ਡਿਜ਼ੋਲਵ ਕਰਦੀ ਹੈ ਇਨ ਫਿਕਸਡ ਵੋਲਿਊਮ ਆਫ ਦਾ ਸੋਲਵੈਂਟ ਤੇ ਅੰਡਰ ਸਟੈਂਡਰਡ ਕੰਡੀਸ਼ਨਸ ਦੇ ਅੰਡਰ ਸੋਲਿਊਸ਼ਨ ਦੇ ਜਾਣੀ ਕਿ ਗਿਵਨ ਟੈਂਪਰੇਚਰ ਤੇ ਹੋਏਗਾ, ਤਾਂ ਇਹਦੇ ਵਿੱਚ ਆਪਾਂ ਮੋਲ ਫ੍ਰੈਕਸ਼ਨ ਦੇ ਵਿੱਚ ਆਪਾਂ ਗੈਸ ਨੂੰ ਲਵਾਂਗੇ ਕਿ ਮੋਲ ਫ੍ਰੈਕਸ਼ਨ ਦੇ ਵਿੱਚ ਗੈਸ ਜਿਹੜੀ ਡਿਜ਼ੋਲਵ ਹੋਈ ਆ ਉਹਨੂੰ ਮੋਲ ਫ੍ਰੈਕਸ਼ਨ ਆਪਾਂ ਪਿੱਛੇ ਕਰ ਹਟਾਂਗੇ। ਜਿਹੜੀਆਂ ਆਪਾਂ ਦੀ ਕੰਸਨਟ੍ਰੇਸ਼ਨ ਦੇ ਵਿੱਚ ਕੀਤਾ ਨਾ ਮੋਲੈਰਿਟੀ ਉਹਦੇ ਵਿੱਚ ਮੋਲ ਫ੍ਰੈਕਸ਼ਨ ਕੀਤਾ ਸੀ, ਉੱਥੋਂ ਤੁਹਾਨੂੰ ਪਤਾ ਹੋਊਗਾ ਕਿ ਮੋਲ ਫ੍ਰੈਕਸ਼ਨ ਨੂੰ ਆਪਾਂ ਕਿਸ ਤਰ੍ਹਾਂ ਕਾਊਂਟ ਕਰ ਦਿਆਂਗੇ। ਇਹਦੇ ਵਿੱਚ ਆਪਾਂ ਮੋਲ ਫ੍ਰੈਕਸ਼ਨ ਦੇ ਨਾਲ ਕਾਊਂਟ ਕਰਾਂਗੇ ਸੋਲਿਬਿਲਿਟੀ। ਨੈਕਸਟ ਇਹਦੇ ਵਿੱਚ ਫਿਰ ਉਸੇ ਤਰ੍ਹਾਂ ਫੈਕਟਰਸ ਅਫੈਕਟ ਕਰਦੇ ਨੇ ਕਿ ਜਦੋਂ ਗੈਸਿਸ ਨੂੰ ਅਸੀਂ ਡਿਜ਼ੋਲਵ ਕਰਦੇ ਹਾਂ ਲਿਕੁਇਡਸ ਦੇ ਵਿੱਚ ਤਾਂ ਫੈਕਟਰਸ ਕਿਹੜੇ ਅਫੈਕਟ ਕਰਦੇ ਨੇ। ਇਹਦੇ ਵਿੱਚ ਵੀ ਨੇਚਰ ਆਫ ਦਾ ਗੈਸ ਜਿਹੜੀ ਕਿ ਆਪਾਂ ਜਾਣੀ ਕਿ ਉਹ ਸੋਲਿਊਟ ਦਾ ਹੁਣ ਸੋਲਿਊਟ ਆ ਗੈਸ ਤੇ ਸੋਲਵੈਂਟ ਕੀ ਆ? ਲਿਕੁਇਡ। ਨੇਚਰ ਗੈਸ ਦੀ ਕਿਸ ਤਰ੍ਹਾਂ ਦੀ ਹੈ ਤੇ ਸੋਲਵੈਂਟ ਕਿਸ ਤਰ੍ਹਾਂ ਦਾ ਹੈ, ਤੇ ਟੈਂਪਰੇਚਰ ਔਰ ਪ੍ਰੈਸ਼ਰ। ਨੇਚਰ ਦੇ ਵਿੱਚ ਦੇਖੋ ਕੁਝ ਗੈਸਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਮਤਲਬ ਉਹਦੇ ਵਿੱਚ ਡਿਜ਼ੋਲਵ ਤਾਂ ਹੁੰਦੀਆਂ ਨੇ ਲਿਕੁਇਡ ਦੇ ਵਿੱਚ ਪਰ ਬਹੁਤ ਘੱਟ ਹੁੰਦੀਆਂ ਨੇ। ਫੋਰ ਐਗਜ਼ਾਮਪਲ ਜਿਵੇਂ ਕਿ ਹਾਈਡਰੋਜਨ ਹੋ ਗਈ, ਆਕਸੀਜਨ ਹੋ ਗਈ, ਹੀਲੀਅਮ ਹੋ ਗਈ, ਇਹ ਡਿਜ਼ੋਲਵ ਹੁੰਦੀਆਂ ਨੇ ਪਰ ਘੱਟ, ਜ਼ਿਆਦਾ ਸਮਾਲ ਐਕਸਟੈਂਟ ਤੇ ਹੁੰਦੀਆਂ ਨੇ। ਬਾਕੀ ਕੁਝ ਗੈਸਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਜ਼ਿਆਦਾ ਡਿਜ਼ੋਲਵ ਹੋ ਜਾਂਦੀਆਂ। ਹੁਣ ਕਿਹੜੀਆਂ ਜ਼ਿਆਦਾ ਡਿਜ਼ੋਲਵ ਹੋ ਜਾਂਦੀਆਂ ਨੇ? ਜਿਹੜੀਆਂ ਕਿ ਪਾਣੀ ਦੇ ਨਾਲ ਰਿਐਕਟ ਕਰ ਜਾਂਦੀਆਂ ਨੇ, ਠੀਕ ਹੈ ਜੀ। ਇੱਥੇ ਫਿਰ ਕੁਐਸਚਨ ਬਣਦਾ ਕਿ ਉਹ ਗੈਸਿਸ ਨੇ ਜਿਹੜੀਆਂ ਕਿਹੜੀਆਂ ਗੈਸਿਸ ਨੇ ਜਿਹੜੀਆਂ ਹਾਈਲੀ ਸੋਲੂਬਲ ਨੇ ਪਾਣੀ ਦੇ ਵਿੱਚ ਤੇ ਕਿਉਂ ਨੇ? ਹਾਈਲੀ ਸੋਲੂਬਲ ਤਾਂ ਨੇ ਕਿਉਂਕਿ ਉਹ ਪਾਣੀ ਦੇ ਨਾਲ ਰਿਐਕਟ ਕਰਦੀਆਂ ਨੇ, ਰਿਐਕਸ਼ਨ ਕਰਨ ਦੇ ਕਾਰਨ ਹੀ ਉਹ ਉਹਦੇ ਵਿੱਚ ਜ਼ਿਆਦਾ ਸੋਲੂਬਲ ਹੁੰਦੀਆਂ ਨੇ। ਉਹਦੇ ਵਿੱਚ ਅਮੋਨੀਆ ਹੋ ਗਿਆ, ਸਲਫਰ ਡਾਈਆਕਸਾਈਡ ਹੋ ਗਿਆ, ਹਾਈਡਰੋਜਨ ਕਲੋਰਾਈਡ ਹੋ ਗਈ, ਇਹ ਪਾਣੀ ਦੇ ਨਾਲ ਰਿਐਕਸ਼ਨ ਕਰਦੇ ਨੇ। ਨੈਕਸਟ ਹੈਗਾ ਇਫੈਕਟ ਆਫ ਟੈਂਪਰੇਚਰ। ਟੈਂਪਰੇਚਰ ਦਾ ਇਹਦੇ ਵਿੱਚ ਇਫੈਕਟ ਕੀ ਆ ਕਿ ਜਿਵੇਂ ਹੀ ਅਸੀਂ ਟੈਂਪਰੇਚਰ ਨੂੰ ਵਧਾਵਾਂਗੇ the solubility of the gas decreases with increase in temperature। ਜਿਵੇਂ ਅਸੀਂ ਇਹਦਾ ਟੈਂਪਰੇਚਰ ਵਧਾਉਂਦੇ ਆਗੇ ਤਾਂ ਗੈਸ ਦੀ ਜਿਹੜੀ ਸੋਲਿਬਿਲਿਟੀ ਆ ਲਿਕੁਇਡ ਦੇ ਵਿੱਚ ਉਹ ਘਟਦੀ ਜਾਂਦੀ ਹੈਗੀ। ਕਿਉਂ? ਕਿਉਂਕਿ ਗੈਸਿਸ ਨੇ ਜਿਹੜੀਆਂ ਡਿਜ਼ੋਲਵ ਕਰਦੀਆਂ ਲਿਕੁਇਡ ਦੇ ਵਿੱਚ, ਮੋਸਟਲੀ ਜਿਹੜੀਆਂ ਗੈਸਿਸ ਨੇ ਲਿਕੁਇਡ ਦੇ ਵਿੱਚ ਜਦੋਂ ਡਿਜ਼ੋਲਵ ਕਰਦੀਆਂ ਤਾਂ ਹੀਟ ਬਾਹਰ ਨਿਕਲਦੀ ਆ, ਜਾਣੀ ਕਿ ਐਗਜ਼ੋਥਰਮਿਕ ਹੁੰਦੇ ਨੇ। ਹੁਣ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਹਟੀ ਹਾਂ ਜਦੋਂ ਸੋਲਿਡਸ ਲਿਕੁਇਡ ਦੇ ਵਿੱਚ ਡਿਜ਼ੋਲਵ ਹੁੰਦੇ ਨੇ ਤਾਂ ਐਗਜ਼ੋਥਰਮਿਕ ਵਾਲੇ ਨੇ ਜਿਹੜੇ ਉਹਨਾਂ ਦਾ ਡਿਕਰੀਜ਼ ਕਰਦੀ ਆ ਸੋਲਿਬਿਲਿਟੀ ਜਿਵੇਂ ਹੀ ਅਸੀਂ ਟੈਂਪਰੇਚਰ ਨੂੰ ਇਨਕਰੀਜ਼ ਕਰ ਦਿਆਂਗੇ। ਨੈਕਸਟ ਹੈਗਾ ਇਫੈਕਟ ਆਫ ਪ੍ਰੈਸ਼ਰ। ਪ੍ਰੈਸ਼ਰ ਦਾ ਕੀ ਇਫੈਕਟ ਪੈਂਦਾ ਹੁਣ ਇਹਦੇ? ਪਹਿਲਾਂ ਅਸੀਂ ਜਦੋਂ ਸੋਲਿਡ ਨੂੰ ਆਪਾਂ ਡਿਜ਼ੋਲਵ ਕੀਤਾ ਸੀ ਉਦੋਂ ਪ੍ਰੈਸ਼ਰ ਦਾ ਕੋਈ ਇਫੈਕਟ ਨਹੀਂ ਸੀ ਕਿਉਂਕਿ ਇਨਕੰਪਰੈਸੀਬਲ ਨੇ ਸੋਲਿਡਸ ਨੇ ਜਿਹੜੇ,
पर ਇਹਦੇ ਵਿੱਚ ਹੋਏਗਾ ਕਿਉਂਕਿ ਗੈਸਿਸ ਦੇ ਜਿਹੜੇ ਪਾਰਟੀਕਲਸ ਨੇ ਉਹ ਬਹੁਤ ਦੂਰ ਦੂਰ ਤੱਕ ਬਿਖਰੇ ਹੋਏ ਹੁੰਦੇ ਨੇ, ਉਹਨਾਂ ਦੇ ਵਿਚਕਾਰ ਇੰਟਰਮੋਲੀਕੂਲਰ ਜਿਹੜੀਆਂ ਫੋਰਸਿਸ ਨੇ ਜਾਂ ਇੰਟਰਮੋਲੀਕੂਲਰ ਅਟਰੈਕਸ਼ਨਸ ਨੇ ਉਹ ਬਹੁਤ ਘੱਟ ਹੁੰਦੇ ਨੇ, ਇਸ ਕਰਕੇ ਉਹਨਾਂ ਨੂੰ ਅਸੀਂ ਪ੍ਰੈਸ਼ਰ ਦੇ ਨਾਲ ਨੇੜੇ ਨੇੜੇ ਲਿਆ ਸਕਦੇ ਹਾਂਗੇ। ਸੋਲੂਬਿਲਿਟੀ ਹੈ ਜਿਹੜੀ ਗੈਸਿਸ ਦੀ ਇਨਕਰੀਜ਼ ਕਰਦੀ ਹੈ ਵਿਦ ਦੀ ਇਨਕਰੀਜ਼ ਆਫ ਪ੍ਰੈਸ਼ਰ ਦੇ ਨਾਲ। ਜਿਵੇਂ ਦੇਖੋ ਡਾਇਗਰਾਮ ਦੇ ਵਿੱਚ ਜਿਵੇਂ ਸ਼ੋ ਕੀਤਾ ਹੋਇਆ ਇੱਥੇ ਕਿ ਜਿਹੜੇ ਆ ਗੈਸਿਸ ਦੇ ਪਾਰਟੀਕਲਸ ਜਿਹੜੇ ਉੱਪਰ ਵੇਪਰ ਫੇਸ ਦੇ ਵਿੱਚ ਨੇ, ਹੇਠਾਂ ਲਿਕੁਇਡ ਦਿਖਾਇਆ ਹੈ, ਇੱਥੇ ਤੱਕ ਕੀ ਆ ਲਿਕੁਇਡ ਆ, ਉੱਪਰ ਕੀ ਨੇ ਇਹ ਵੇਪਰ ਫੇਸ ਦੇ ਵਿੱਚ ਨੇ, ਹੇਠਾਂ ਇਹਦੇ ਵਿੱਚ ਡਿਜ਼ੋਲਵ ਹੋ ਰਹੇ ਨੇ। ਤਾਂ ਇਕੁਇਲਿਬਰੀਅਮ ਜਿੱਥੇ ਇਕੁਇਲਿਬਰੀਅਮ ਬਣਿਆ ਕਿ ਵੇਪਰ ਫੇਸ ਦੇ ਵਿੱਚ ਜਿਹੜੇ ਲਿਕੁਇਡ ਨੇ ਔਰ ਜਿਹੜੇ ਵਿੱਚ ਡਿਜ਼ੋਲਵ ਹੋ ਰਹੇ ਨੇ ਉਹ ਆਲਮੋਸਟ ਇੱਕੋ ਜਿਹੇ ਨੇ। ਗੈਸ ਦੇ ਮੋਲੀਕਿਊਲ ਡਾਇਨਾਮਿਕ ਇਕੁਇਲਿਬਰੀਅਮ ਆਪਾਂ ਇਹਨੂੰ ਕਹਿ ਦਿੰਦੇ ਹੈਗੇ। ਨੰਬਰ ਆਫ ਜਿਹੜੇ ਗੈਸ ਮੋਲੀਕਿਊਲਸ ਐਂਟਰ ਕਰਦੇ ਨੇ ਸੋਲੂਸ਼ਨ ਦੇ ਵਿੱਚ ਤੇ ਜਿੰਨੇ ਉਹਦੇ ਵਿੱਚ ਜਿਹੜੇ ਡਿਜ਼ੋਲਵ ਹੋਏ ਨੇ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ, ਉਹ ਦੋਨੇ ਬਰਾਬਰ ਹੁੰਦੇ ਨੇ ਲੀਵਿੰਗ ਦੇ, ਲੀਵ ਕਰਦੇ ਨੇ ਔਰ ਜਿਹੜੇ ਉਹਦੇ ਵਿੱਚ ਡਿਜ਼ੋਲਵ ਕਰਦੇ ਨੇ ਡਾਇਨਾਮਿਕ ਇਕੁਇਲਿਬਰੀਅਮ ਦੇ ਉੱਤੇ। ਪਰ ਜੇਕਰ ਅਸੀਂ ਆਪਾਂ ਇਹਦੇ ਉੱਤੇ ਪ੍ਰੈਸ਼ਰ ਨੂੰ ਇਨਕਰੀਜ਼ ਕਰ ਦਈਏ, ਦੇਖੋ ਇੱਥੇ ਆਪਾਂ ਪ੍ਰੈਸ਼ਰ ਹੁਣ ਇਨਕਰੀਜ਼ ਕੀਤਾ, ਜਦੋਂ ਪ੍ਰੈਸ਼ਰ ਇਨਕਰੀਜ਼ ਕੀਤਾ ਤਾਂ ਇਹ ਜਿਹੜੇ ਆਹ ਵਾਲੇ ਪਾਰਟੀਕਲਸ ਦੂਰ ਦੂਰ ਸੀਗੇ ਇਹ ਨੇੜੇ ਨੇੜੇ ਹੋ ਗਏ ਕਿਉਂਕਿ ਇਹਨਾਂ ਦੇ ਵਿਚਕਾਰ ਇੰਟਰਮੋਲੀਕੂਲਰ ਫੋਰਸਿਸ ਬਹੁਤ ਘੱਟ ਹੁੰਦੀਆਂ ਨੇ, ਇਸ ਕਰਕੇ ਇਹ ਪ੍ਰੈਸ਼ਰ ਦੇ ਵਧਾਉਣ ਦੇ ਨਾਲ ਨੇੜੇ ਨੇੜੇ ਹੋ ਗਏ। ਜਦੋਂ ਇਹ ਨੇੜੇ ਨੇੜੇ ਹੋ ਗਏ ਤਾਂ ਇਹਦਾ ਮਤਲਬ ਸਰਫੇਸ ਦੇ ਨਾਲ ਜ਼ਿਆਦਾ ਟੱਚ ਕਰਨਗੇ, ਇੱਥੇ ਸਰਫੇਸ ਨਾਲ ਘੱਟ ਟੱਚ ਕਰਦੇ ਸੀਗੇ ਕਿਉਂਕਿ ਪ੍ਰੈਸ਼ਰ ਇਹਨਾਂ ਦੇ ਉੱਤੇ ਘੱਟ ਸੀਗਾ, ਫ੍ਰੀਲੀ ਮੂਵ ਕਰਦੇ ਸੀ ਇੱਧਰ ਉੱਧਰ, ਇਸ ਕਰਕੇ ਇਹਦੇ ਜਦੋਂ ਘੱਟ ਇਹਦੇ ਨਾਲ ਸਰਫੇਸ ਨਾਲ ਟੱਚ ਕਰਦੇ ਸੀ ਤਾਂ ਇਹਦੇ ਵਿੱਚ ਡਿਜ਼ੋਲਵ ਵੀ ਘੱਟ ਹੁੰਦੇ ਸੀਗੇ। ਜਦੋਂ ਆਪਾਂ ਪ੍ਰੈਸ਼ਰ ਇਨਕਰੀਜ਼ ਕਰਤਾ ਤਾਂ ਜਿਹੜੇ ਪਾਰਟੀਕਲਸ ਨੇੜੇ ਨੇੜੇ ਹੋ ਗਏ ਉਹ ਸਰਫੇਸ ਦੇ ਉੱਤੇ ਜ਼ਿਆਦਾ ਟੱਚ ਕਰਨ ਲੱਗੇ, ਸਰਫੇਸ ਦੇ ਨਾਲ ਜ਼ਿਆਦਾ ਟੱਚ ਕਰਨ ਲੱਗੇ ਤਾਂ ਸਰਫੇਸ ਦੇ ਵਿੱਚ ਡਿਜ਼ੋਲਵ ਵੀ ਜ਼ਿਆਦਾ ਹੋਣ ਲੱਗੇ, ਜਿਹੜੇ ਲੀਵ ਕਰਦੇ ਨੇ, ਯਾਨੀ ਕਿ ਜਿਹੜੇ ਪਾਰਟੀਕਲਸ ਇਹਦੇ ਵਿੱਚ ਡਿਜ਼ੋਲਵ ਹੋਏ ਉਹ ਲੀਵ ਕਰਦੇ ਨੇ ਜਿਹੜੇ ਉਹ ਘੱਟ ਹੋਣਗੇ ਤੇ ਇਹਦੇ ਵਿੱਚ ਡਿਜ਼ੋਲਵ ਨੇ ਜਿਹੜੇ ਉਹ ਜ਼ਿਆਦਾ ਹੋਣਗੇ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਪ੍ਰੈਸ਼ਰ ਇਨਕਰੀਜ਼ ਕਰਦੇ ਹਾਂ ਆਪਾਂ, ਪ੍ਰੈਸ਼ਰ ਇਨਕਰੀਜ਼ ਕਰਨ ਦੇ ਨਾਲ ਇਹਦੀ ਜਿਹੜੀ ਸੋਲੂਬਿਲਿਟੀ ਆ ਗੈਸਿਸ ਦੀ ਲਿਕੁਇਡਸ ਦੇ ਵਿੱਚ ਉਹ ਇਨਕਰੀਜ਼ ਹੁੰਦੀ ਆ। ਔਰ ਇਸੇ ਨੂੰ ਲੈ ਕੇ ਹੈਨਰੀ ਨੇ ਲਾਅ ਦਿੱਤਾ ਜਿਹਨੂੰ ਆਪਾਂ ਹੈਨਰੀਜ਼ ਲਾਅ ਕਹਿੰਦੇ ਹੈਗੇ। ਹੈਨਰੀਜ਼ ਲਾਅ ਕੀ ਸਟੇਟ ਕਰਦਾ ਹੈ? ਅਕੋਰਡਿੰਗ ਟੂ ਹੈਨਰੀਜ਼ ਲਾਅ ਦ ਮਾਸ ਆਫ ਅ ਗੈਸ ਡਿਜ਼ੋਲਵਡ ਪਰ ਲੀਟਰ ਵੋਲਿਊਮ, 1 ਲੀਟਰ ਵੋਲਿਊਮ ਦੇ ਵਿੱਚ, ਠੀਕ ਹੈ ਜੀ, of the solvent at a constant temperature is directly proportional to the pressure of the gas in equilibrium। देखो ਤੁਹਾਨੂੰ ਮੈਂ ਪਹਿਲਾਂ ਡਾਇਨਾਮਿਕ ਇਕੁਇਲਿਬਰੀਅਮ ਬਾਰੇ ਦੱਸਿਆ ਨਾ, ਉਹੀ ਇਕੁਇਲਿਬਰੀਅਮ ਆ ਵਿਦ ਦਾ ਸੋਲੂਸ਼ਨ। ਸੋਲੂਸ਼ਨ ਦੇ ਵਿੱਚ ਜਦੋਂ ਇਕੁਇਲਿਬਰੀਅਮ ਬਣਿਆ ਹੋਇਆ ਤਾਂ ਉਸ ਦੇ ਦੌਰਾਨ ਔਰ ਕਨਸਟੈਂਟ ਟੈਂਪਰੇਚਰ ਦੇ ਉੱਤੇ ਜਿੰਨਾ ਮਾਸ ਆਫ ਏ ਗੈਸ ਦਾ ਜਿਹੜਾ ਮਾਸ ਡਿਜ਼ੋਲਵ ਕੀਤਾ 1 ਲੀਟਰ ਵੋਲਿਊਮ ਦੇ ਵਿੱਚ, ਪਰ ਲੀਟਰ ਵੋਲਿਊਮ, ਠੀਕ ਹੈ ਜੀ, ਸੋਲਵੈਂਟ ਦਾ, ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਕਿਹਦੀ ਆ? ਪ੍ਰੈਸ਼ਰ ਦੇ, ਕਿ ਗੈਸ ਦਾ ਪ੍ਰੈਸ਼ਰ ਕਿੰਨਾ, ਕਿ ਉੱਪਰੋਂ ਪ੍ਰੈਸ਼ਰ ਕਿੰਨਾ ਪੈ ਰਿਹਾ ਉਨੀ ਡਿਜ਼ੋਲਵ ਜ਼ਿਆਦਾ ਹੋਣਗੇ, ਠੀਕ ਹੈ ਜੀ। ਕਿਹੜੇ ਗੈਸ ਯਾਨੀ ਕਿ ਮਾਸ ਆਫ ਦਾ ਗੈਸ, ਜਿਹੜੇ ਪਾਰਟੀਕਲਸ ਇਹਦੇ ਵਿੱਚ ਡਿਜ਼ੋਲਵ ਹੋਏ ਨੇ ਉਹਦਾ ਮਾਸ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਪ੍ਰੈਸ਼ਰ, ਕਿੰਨਾ ਉੱਪਰੋਂ ਪ੍ਰੈਸ਼ਰ, ਜਿੰਨਾ ਜ਼ਿਆਦਾ ਪ੍ਰੈਸ਼ਰ ਪਊਗਾ ਉਹਨੇ ਜ਼ਿਆਦਾ ਡਿਜ਼ੋਲਵ ਹੋਣਗੇ, ਉਹਨੇ ਪਾਰਟੀਕਲਸ ਨੇੜੇ ਹੋ ਗਏ ਤਾਂ ਉਹਨੇ ਸਰਫੇਸ ਨੂੰ ਜ਼ਿਆਦਾ ਟੱਚ ਕਰਦੇ ਨੇ, ਜ਼ਿਆਦਾ ਟੱਚ ਕਰਦੇ ਨੇ ਤਾਂ ਉਹਨੇ ਉਹ ਡਿਜ਼ੋਲਵ ਜ਼ਿਆਦਾ ਹੁੰਦੇ ਨੇ। ਇਹੀ ਹੈਨਰੀਜ਼ ਲਾਅ ਹੈ ਕਿ ਮਾਸ ਆਫ ਦਾ ਗੈਸ ਮੋਲੀਕਿਊਲਸ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਪ੍ਰੈਸ਼ਰ। ਤੇ ਪ੍ਰੋਪੋਰਸ਼ਨੈਲਿਟੀ ਨੂੰ ਖਤਮ ਕਰਨ ਦੇ ਲਈ ਆਪਾਂ ਕੇ ਲਾਤਾ। ਕੇ ਕੀ ਹੈ? ਇੱਕ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਆ। ਤੇ ਜਾਂ ਇਸ ਡੈਫੀਨੇਸ਼ਨ ਨੂੰ ਆਪਾਂ ਇਸ ਤਰ੍ਹਾਂ ਵੀ ਦੱਸ ਸਕਦੇ ਹਾਂ ਕਿ ਜਿਵੇਂ ਕਿ ਡਾਲਟਨ ਨੇ ਫਿਰ ਵਿਚਕਾਰ ਇਸੇ ਮਤਲਬ ਪ੍ਰੈਸ਼ਰ ਨੂੰ ਲੈ ਕੇ ਇੱਕ ਆਪਣਾ ਦਿੱਤਾ ਕਿ ਇੰਡੀਪੈਂਡੈਂਟਲੀ, ਉਸ ਤੋਂ ਇੰਡੀਪੈਂਡੈਂਟ, ਹੈਨਰੀ ਤੋਂ ਅਲੱਗ ਉਹਨੇ ਵੀ ਆਪਣਾ ਇਸੇ ਤਰ੍ਹਾਂ ਦਿੱਤਾ ਕਿ ਜਿਹੜੀ ਸੋਲੂਬਿਲਿਟੀ ਆ ਗੈਸ ਦੀ ਲਿਕੁਇਡ ਦੇ ਵਿੱਚ ਐਟ ਪਰਟੀਕੂਲਰ ਟੈਂਪਰੇਚਰ ਦੇ ਉੱਤੇ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦਾ ਪ੍ਰੈਸ਼ਰ ਆਫ ਦਾ ਗੈਸ ਇਨ ਇਕੁਇਲਿਬਰੀਅਮ ਵਿਦ ਦਾ ਸੋਲੂਸ਼ਨ। ਸੇਮ ਗੱਲ ਉਸਨੇ ਵੀ ਕਹੀ, ਪਰ ਨਾਲ ਉਹਨੇ ਕਿਹਾ ਕਿ ਜਦੋਂ ਅਸੀਂ ਇਹਦੀ ਕੈਲਕੂਲੇਸ਼ਨ ਕਰਦੇ ਹਾਂ ਤਾਂ ਮੋਲ ਫ੍ਰੈਕਸ਼ਨ ਦੇ ਨਾਲ ਕੈਲਕੂਲੇਸ਼ਨ ਕਰ ਸਕਦੇ ਹਾਂ ਆਪਾਂ। ਕੀ ਕਿਹਾ ਉਹਨੇ ਕਿ ਮੋਲ ਫ੍ਰੈਕਸ਼ਨ ਆਫ ਦਾ ਗੈਸ ਇਨ ਦਾ ਸੋਲੂਸ਼ਨ ਇਜ਼ ਪ੍ਰੋਪੋਰਸ਼ਨਲ ਟੂ ਦਾ ਪ੍ਰੈਸ਼ਰ, is proportional to the partial pressure of the gas over the solution, ਕਿ ਸੋਲੂਸ਼ਨ ਦੇ ਉੱਪਰਲੇ ਪਾਸੇ ਜਿਹੜਾ ਗੈਸ ਦਾ ਜਿਹੜਾ ਪ੍ਰੈਸ਼ਰ ਆ ਉਸ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ ਮੋਲ ਫ੍ਰੈਕਸ਼ਨ ਆਫ ਗੈਸ ਮੋਲੀਕਿਊਲਸ, ਕਿ ਕਿੰਨੇ ਇਹਦੇ ਵਿੱਚ ਮੋਲੀਕਿਊਲਸ ਜਿਹੜੇ ਇਹਦੇ ਵਿੱਚ ਡਿਜ਼ੋਲਵ ਹੋ ਗਏ। ਯਾਨੀ ਕਿ ਉਹਨੂੰ ਆਪਾਂ ਕੈਲਕੂਲੇਟ, ਡੈਫੀਨੇਸ਼ਨ ਸੇਮ ਆ ਪਰ ਉਹਨੂੰ ਕੈਲਕੂਲੇਸ਼ਨ ਆਪਾਂ ਮੋਲ ਫ੍ਰੈਕਸ਼ਨ ਦੇ ਨਾਲ ਕਰਨੀ ਹੈਗੀ ਇਹਦੇ ਵਿੱਚ, ਇਹਦੇ ਮੁਤਾਬਕ। ਤਾਂ ਫਿਰ ਦੁਬਾਰਾ ਇਹਦਾ ਲਾ ਕੀ ਬਣ ਗਿਆ ਫਿਰ ਕਿ ਪਾਰਸ਼ੀਅਲ ਪ੍ਰੈਸ਼ਰ ਆਫ ਦਾ ਗੈਸ in the vapor phase, partial pressure of the gas in the vapor phase मतलब ਇੱਥੇ ਜਿਹੜੇ vapor phase ਦੇ ਵਿੱਚ ਦੇ ਜਿਹੜੇ liquid ਦੇ ਉੱਪਰਲੇ ਪਾਸੇ is directly proportional to the mole fraction of the gas in the solution। mole fraction मतलब ਜਿਹੜੇ ਇਹਦੇ ਅੰਦਰ ਘੁਲੇ ਹੋਏ ਨੇ ਉਹ ਵਾਲੇ
ਵਾਲੇ ਗੈਸ ਦੇ ਜਿਹੜੇ ਮੋਲੀਕਿਊਲਸ ਉਹਨਾਂ ਦਾ ਮੋਲ ਫ੍ਰੈਕਸ਼ਨ ਹੈ ਜਿਹੜਾ ਉਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਆ, ਜਾਣੀ ਕਿ ਮੋਲ ਫ੍ਰੈਕਸ਼ਨ ਆਪਾਂ x ਦੇ ਨਾਲ ਡਿਨੋਟ ਕਰਦੇ ਹਾਂ। ਇਟ ਮੀਨਸ x ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ p। ਤੇ ਪ੍ਰੋਪੋਰਸ਼ਨੈਲਿਟੀ ਨੂੰ ਖਤਮ ਕਰਨ ਦੇ ਲਈ x ਇਜ਼ ਇਕੁਅਲ ਟੂ k ਡੈਸ਼ ਪਤਾ, ਪਹਿਲਾਂ ਆਪਾਂ k ਪਾਇਆ ਸੀ, ਹੁਣ ਇੱਥੇ ਕਿਉਂਕਿ ਮੋਲ ਫ੍ਰੈਕਸ਼ਨ ਦੀ ਗੱਲ ਕਰ ਰਹੇ ਹਾਂ, ਪਹਿਲਾਂ ਆਪਾਂ ਸਿੰਪਲ ਮਾਸ ਆਫ ਦਾ ਗੈਸ ਗੱਲ ਕਰ ਰਹੇ ਸੀ, ਤਾਂ ਇਹ ਆਪਾਂ ਪ੍ਰੋਪੋਰਸ਼ਨੈਲਿਟੀ ਹੈ ਜਿਹੜਾ k ਡੈਸ਼ ਪਤਾ, k ਡੈਸ਼ ਇਜ਼ p ਹੋ ਗਿਆ। ਤੇ ਜੇਕਰ ਆਪਾਂ ਪ੍ਰੈਸ਼ਰ ਕੱਢਣਾ ਹੈ p ਇਜ਼ ਇਕੁਅਲ ਟੂ, ਤਾਂ p ਇੱਧਰ ਹੈ ਨਾ, k ਇੱਧਰ ਨੀਚੇ ਜਾਏਗਾ ਤਾਂ x ਓਵਰ k1 k ਡੈਸ਼ ਹੋ ਗਿਆ, ਔਰ k ਡੈਸ਼ ਨੂੰ ਇੱਥੇ ਇਹਨੇ kh ਲਿਖ ਦਿੱਤਾ। 1/k ਡੈਸ਼ ਇਜ਼ ਇਕੁਅਲ ਟੂ kh, ਯਾਨੀ ਕਿ ਹੈਨਰੀਜ਼ ਕੌਂਸਟੈਂਟ। ਠੀਕ ਹੈ ਜੀ, ਇਹਨੂੰ ਆਪਾਂ ਕਹਿੰਦੇ ਹੈਗੇ ਹੈਨਰੀਜ਼ ਲਾ ਕੌਂਸਟੈਂਟ। ਇਸ ਦੇ ਨਾਲ ਕੀ ਆ ਕਿ ਜੇਕਰ ਹੈਨਰੀਜ਼ ਲਾ ਕੌਂਸਟੈਂਟ kh ਵੈਲਿਊ ਤੋਂ ਹੀ ਆਪਾਂ ਪਤਾ ਕਰਨਾ ਕਿ ਉਸ ਦੀ ਸੋਲੂਬਿਲਿਟੀ ਕਿੰਨੀ ਹੋਏਗੀ। ਜੇਕਰ kh ਦੀ ਵੈਲਿਊ ਕਿਸੇ ਪਰਟੀਕੂਲਰ ਪ੍ਰੈਸ਼ਰ ਦੇ ਉੱਤੇ ਘੱਟ ਆ ਤਾਂ ਇਟ ਮੀਨਸ ਉਹਦੀ ਸੋਲੂਬਿਲਿਟੀ ਜ਼ਿਆਦਾ ਹੋਏਗੀ। ਜੇਕਰ kh ਦੀ ਵੈਲਿਊ ਜ਼ਿਆਦਾ ਆ ਤਾਂ ਇਟ ਮੀਨਸ ਉਹਦੀ ਸੋਲੂਬਿਲਿਟੀ ਆ ਜਿਹੜੀ ਘੱਟ ਹੋਗੀ, ਯਾਨੀ ਕਿ ਉਲਟਾ ਕਰਨਾ। ਜੇਕਰ kh ਦੀ ਵੈਲਿਊ ਜ਼ਿਆਦਾ ਤਾਂ ਇਹਦਾ ਮਤਲਬ ਉਹਦੀ ਸੋਲੂਬਿਲਿਟੀ ਘੱਟ ਆ, ਜੇਕਰ kh ਦੀ ਵੈਲਿਊ ਘੱਟ ਆ ਤਾਂ ਉਹਦੀ ਸੋਲੂਬਿਲਿਟੀ ਜ਼ਿਆਦਾ ਹੋਏਗੀ। ਜਿਵੇਂ ਕਿ ਇੱਕ ਕੁਐਸਚਨ ਹੋਰ ਬਣਦਾ ਕਿ ਨਾਈਟ੍ਰੋਜਨ ਤੇ ਜਿਹੜੇ ਆਕਸੀਜਨ ਨੇ ਉਹ ਇਨਕਰੀਜ਼ ਕਰਦੇ ਨੇ, ਉਹਨਾਂ ਦੀ ਸੋਲੂਬਿਲਿਟੀ ਜਿਹੜੀ kh ਵੈਲਿਊ ਹੈ ਇਨਕਰੀਜ਼ ਵਿਦ ਇਨਕਰੀਜ਼ ਇਨ ਟੈਂਪਰੇਚਰ। ਜਿਵੇਂ ਟੈਂਪਰੇਚਰ ਇਨਕਰੀਜ਼ ਕਰਦਾ ਉਹਦੀ ਵੈਲਿਊ ਇਨਕਰੀਜ਼ ਹੋ ਰਹੀ ਹੈ। ਜਿਵੇਂ ਕਿ ਨਾਈਟ੍ਰੋਜਨ ਦੀ 293 ਦੇ ਉੱਤੇ kh ਵੈਲਿਊ ਹੋ ਗਈ 76.48 ਔਰ 303 ਕੈਲਵਿਨ ਤੇ ਉਹਦੀ ਹੈਗੀ 88.84, ਯਾਨੀ ਕਿ kh ਦੀ ਵੈਲਿਊ ਇਨਕਰੀਜ਼ ਹੋ ਗਈ ਉੱਥੇ। ਹੁਣ ਜੇਕਰ ਇੱਥੇ kh ਦੀ ਵੈਲਿਊ ਜਿਵੇਂ ਟੈਂਪਰੇਚਰ ਇਨਕਰੀਜ਼ ਹੋਇਆ kh ਦੀ ਵੈਲਿਊ ਇਨਕਰੀਜ਼ ਹੋ ਗਈ, ਇਹਦਾ ਮਤਲਬ ਉਹਦੀ ਸੋਲੂਬਿਲਿਟੀ ਘਟ ਗਈ। ਹੁਣ ਆਕਸੀਜਨ ਦੀ ਹੈ ਜਿਹੜੀ 293 ਦੇ ਉੱਤੇ ਉਹਦੀ ਸੋਲੂਬਿਲਿਟੀ ਹੈਗੀ 34.86 ਔਰ 303 ਤੇ ਇਹਦੀ kh ਵੈਲਿਊ ਹੈਗੀ 46.82। ਇਹ ਮਤਲਬ kh ਦੀ ਵੈਲਿਊ ਵੱਧ ਗਈ ਜਿਵੇਂ ਟੈਂਪਰੇਚਰ ਵਧਿਆ, ਇਹ ਮਤਲਬ ਉਹਦੀ ਸੋਲੂਬਿਲਿਟੀ ਘਟ ਗਈ। ਔਰ ਇਹੀ ਕਾਰਨ ਹੈ ਕਿ ਜਿਹੜੇ ਐਕੁਆਟਿਕ ਸਪੀਸ਼ੀਜ਼ ਨੇ, ਯਾਨੀ ਕਿ ਪਾਣੀ ਵਿੱਚ ਰਹਿਣ ਵਾਲੇ ਜਿਹੜੇ ਜੀਵ ਜੰਤੂ ਨੇ, ਜਿਵੇਂ ਕਿ ਫਿਸ਼ ਹੋ ਗਈ, ਇਹ ਸਰਦੀਆਂ ਦੇ ਵਿੱਚ ਆਪਣੇ ਆਪ ਨੂੰ ਤਾਂ ਕੰਫਰਟੇਬਲ ਮਹਿਸੂਸ ਕਰਦੇ ਨੇ ਪਾਣੀ ਦੇ ਵਿੱਚ, ਪਰ ਗਰਮੀਆਂ ਦੇ ਵਿੱਚ ਕੰਫਰਟੇਬਲ ਨਹੀਂ ਮਹਿਸੂਸ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਗਰਮੀਆਂ ਦੇ ਵਿੱਚ ਉੱਪਰਲੀ ਸਰਫੇਸ ਆ ਜਿਹੜੀ ਪਾਣੀ ਦੀ ਉਹ ਗਰਮ ਹੋ ਜਾਂਦੀ ਹੈ, ਟੈਂਪਰੇਚਰ ਉਹਦਾ ਵੱਧ ਗਿਆ। ਟੈਂਪਰੇਚਰ ਉਹਦਾ ਵਧਣ ਦੇ ਨਾਲ ਕੀ ਹੋ ਗਿਆ, ਫਿਰ ਉਹਦੀ kh ਵੈਲਿਊ ਆ ਜਿਹੜੀ ਉਹ ਵੀ ਵੱਧ ਗਈ। ਉਹ ਵਧਣ ਦੇ ਨਾਲ ਇਹਦਾ ਮਤਲਬ ਜਦੋਂ kh ਵੈਲਿਊ ਵੱਧ ਗਈ ਤਾਂ ਇਟ ਮੀਨਸ ਉਹਦਾ ਕੀ ਹੋ ਗਈ, ਸੋਲੂਬਿਲਿਟੀ ਘਟ ਗਈ। ਤਾਂ ਉੱਪਰਲੀ ਸਰਫੇਸ ਦੇ ਉੱਤੇ ਆਕਸੀਜਨ ਆ ਜਿਹੜੀ ਘੱਟ ਡਿਜ਼ੋਲਵ ਹੁੰਦੀ ਹੈ। ਘੱਟ ਡਿਜ਼ੋਲਵ ਹੋਣ ਦੇ ਕਾਰਨ ਹੀ ਉਹ ਜਿਹੜੇ ਮੈਰਾਈਨ ਜਿਹੜੇ ਸਪੀਸ਼ੀਜ਼ ਨੇ ਜਿਹੜੀਆਂ ਪਾਣੀ 'ਚ ਰਹਿਣ ਵਾਲੇ, ਉਹ ਸਾਰੇ ਡੂੰਘੇ ਪਾਣੀ ਦੇ ਵਿੱਚ ਚਲੇ ਜਾਂਦੇ ਨੇ, ਜਿੱਥੇ ਪਾਣੀ ਥੋੜ੍ਹਾ ਠੰਡਾ ਹੁੰਦਾ ਔਰ ਉੱਥੇ ਆਕਸੀਜਨ ਦੀ ਮਾਤਰਾ ਜ਼ਿਆਦਾ ਹੁੰਦੀ ਹੈਗੀ। ਇਸ ਕਰਕੇ ਜਿਹੜੀ ਮੈਰਾਈਨ ਲਾਈਫ, ਜਾਣੀ ਕਿ ਜਿਹੜੇ ਫਿਸ਼ ਵਗੈਰਾ ਨੇ, ਉਹ ਪ੍ਰੈਫਰ ਕਰਦੇ ਨੇ ਟੂ ਸਟੇ ਐਟ ਲੋਅਰ ਲੈਵਲ, ਹੇਠਲੇ ਲੈਵਲ 'ਤੇ, ਟੂ ਸਟੇ ਅਵੇ ਫਰੋਮ ਦਾ ਅੱਪਰ ਲੇਅਰ ਆਫ ਵਾਟਰ, ਕਿਉਂਕਿ ਉੱਪਰ ਲੇਅਰ ਹੈ ਜਿਹੜੀ ਉਹ ਗਰਮ ਜ਼ਿਆਦਾ ਹੁੰਦੀ ਹੈ ਅਤੇ ਆਕਸੀਜਨ ਦੀ ਉੱਥੇ ਸੋਲੂਬਿਲਿਟੀ ਵੀ ਘੱਟ ਹੁੰਦੀ ਹੈ। ਨੈਕਸਟ ਇਹਦੀਆਂ ਲਿਮਿਟੇਸ਼ਨਸ ਨੇ ਹੈਨਰੀਜ਼ ਲਾਅ ਦੀਆਂ, ਕਿ ਇਹ ਵੈਲਿਡ ਤਾਂ ਹੀ ਆ ਜੇਕਰ ਪ੍ਰੈਸ਼ਰ ਲੋ ਹੋਏਗਾ। ਠੀਕ ਹੈ ਜੀ, ਟੈਂਪਰੇਚਰ ਆ ਜਿਹੜਾ ਉਹ ਬਹੁਤਾ ਜ਼ਿਆਦਾ ਘੱਟ ਨਹੀਂ ਹੋਊਗਾ, ਗੈਸ ਆ ਜਿਹੜੀ ਬਹੁਤੀ ਜ਼ਿਆਦਾ ਸੋਲੂਬਿਲਿਟੀ ਵਾਲੀ ਨਹੀਂ ਹੋਣੀ ਚਾਹੀਦੀ। ਜਿਵੇਂ ਕਿ ਪਹਿਲਾਂ ਮੈਂ ਤੁਹਾਨੂੰ ਦੱਸਿਆ ਕਿ ਹਾਈਡਰੋਕਲੋਰਿਕ ਜਿਹੜੀ ਗੈਸ HCl ਗੈਸ ਆ ਉਹ ਡਿਜ਼ੋਲਵ ਹੋ ਜਾਂਦੀ ਹੈ ਜ਼ਿਆਦਾ, ਅਮੋਨੀਆ ਜ਼ਿਆਦਾ ਡਿਜ਼ੋਲਵ ਹੁੰਦੀ ਆ, ਉਹੀ ਡਿਜ਼ੋਲਵ ਜ਼ਿਆਦਾ ਹੁੰਦੀ ਹੈ ਜਿਹੜੀ ਉਹਨਾਂ ਰਿਐਕਟ ਕਰਦੀਆਂ। ਇੱਦਾਂ ਦੀਆਂ ਗੈਸਿਸ ਨਹੀਂ ਹੋਣੀਆਂ ਚਾਹੀਦੀਆਂ। ਗੈਸ ਨਾਈਦਰ ਰਿਐਕਟਸ ਕੈਮੀਕਲੀ ਵਿਦ ਦਾ ਸੋਲਵੈਂਟ ਨॉर डिसोसिएट, ਨਾਈਦਰ ਹੀ ਐਸੋਸੀਏਟ, ਨਾ ਡਿਸੋਸੀਏਟ ਕਰੇ ਨਾ ਐਸੋਸੀਏਟ ਕਰੇ ਨਾ ਹੀ ਰਿਐਕਟ ਕਰੇ ਸੋਲਵੈਂਟ ਦੇ ਨਾਲ। ਗੈਸ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਉਸ ਤੋਂ ਬਾਅਦ ਇਹਦੀਆਂ ਐਪਲੀਕੇਸ਼ਨਸ ਨੇ ਹੈਨਰੀਜ਼ ਲਾਅ ਦੀਆਂ, ਕਿ ਇੱਕ ਤਾਂ ਇਨ ਦਾ ਪ੍ਰੋਡਕਸ਼ਨ ਆਫ ਕਾਰਬੋਨੇਟਡ ਬਿਵਰੇਜਸ, ਜਿਵੇਂ ਕਿ ਤੁਸੀਂ ਕੋਈ ਵੀ ਕੋਲਡ ਡਰਿੰਕ ਵਗੈਰਾ ਪੀਂਦੇ ਹੋਗੇ, ਉਹਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਹੈ ਜਿਹੜੀ ਡਿਜ਼ੋਲਵ ਕੀਤੀ ਜਾਂਦੀ ਹੈ ਅੰਡਰ ਪ੍ਰੈਸ਼ਰ, ਕਿ ਜ਼ਿਆਦਾ ਜਦੋਂ ਪ੍ਰੈਸ਼ਰ ਪੈਂਦਾ, ਜਿਵੇਂ ਕਿ ਇੱਥੇ ਆਪਾਂ ਕੀਤਾ ਕਿ ਪ੍ਰੈਸ਼ਰ ਦੇ ਨਾਲ ਉਸ ਨੂੰ ਡਿਜ਼ੋਲਵ ਕੀਤਾ ਜਾਂਦਾ ਉਹਦੇ ਵਿੱਚ। ਜਿਉਂ ਹੀ ਤੁਸੀਂ ਉਹਦਾ ਉੱਪਰਲਾ ਜਿਹੜਾ ਕਵਰ ਆ ਉਹਨੂੰ ਰਿਮੂਵ ਕਰਦੇ ਹੋਗੇ ਤਾਂ ਪ੍ਰੈਸ਼ਰ ਰਿਲੀਜ਼ ਹੁੰਦਾ, ਅਤੇ ਇਸੇ ਦੇ ਨਾਲ ਰਿਲੀਜ਼ ਹੋਣ ਦੇ ਨਾਲ ਹੀ ਲਿਕੁਇਡ ਦੇ ਪਾਰਟੀਕਲਸ ਵੀ ਉਹਦੇ ਨਾਲ ਲੱਗ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ, ਬਬਲਸ ਨਿਕਲਦੇ ਨੇ, ਨਾਲ ਬਬਲਸ ਬਣ ਕੇ ਬਾਹਰ ਨਿਕਲਦੀ ਹੈ ਨਾ ਗੈਸ, ਜਿਉਂ ਹੀ ਪ੍ਰੈਸ਼ਰ ਨੂੰ ਰਿਲੀਜ਼ ਕਰ ਦਿਆਂਗੇ ਆਪਾਂ। ਨੈਕਸਟ ਹੈਗਾ ਇਹਨਾਂ ਡੀਪ ਸੀ ਡਾਈਵਿੰਗ, ਜਿਹੜੇ ਕਿ ਡੂੰਘੇ ਗੋਤਾਖੋਰ ਜਿਹੜੇ ਪਾਣੀ ਵਿੱਚ ਡੂੰਘੇ ਗੋਤੇ ਲਾਉਣ ਦੇ ਵਾਸਤੇ ਜਾਂਦੇ ਨੇ, ਉਹ ਕੀ ਲੈ ਕੇ ਜਾਂਦੇ ਨੇ, ਇੱਕ ਆਕਸੀਜਨ ਦਾ ਸਿਲੰਡਰ ਲੈ ਕੇ ਜਾਂਦੇ ਨੇ। ਆਕਸੀਜਨ ਦਾ ਸਿਲੰਡਰ ਕੀ ਹੈ, ਐਕਚੁਅਲੀ ਅੰਡਰ ਪ੍ਰੈਸ਼ਰ ਏਅਰ ਉਹਦੇ ਵਿੱਚ ਡਿਜ਼ੋਲਵ, ਅੰਡਰ ਪ੍ਰੈਸ਼ਰ ਏਅਰ ਰੱਖੀ ਹੁੰਦੀ ਹੈ ਉਹਦੇ ਵਿੱਚ। ਜਦੋਂ ਪ੍ਰੈਸ਼ਰ ਦੇ ਨਾਲ ਏਅਰ ਉਹਦੇ ਵਿੱਚ ਪਾਈ ਜਾਂਦੀ ਹੈਗੀ ਤਾਂ ਉਹਦੇ ਵਿੱਚ ਨਾਲ ਕੀ ਹੁੰਦੀ ਆ, ਨਾਈਟ੍ਰੋਜਨ ਵੀ ਡਿਜ਼ੋਲਵ, ਨਾਈਟ੍ਰੋਜਨ ਵੀ ਹੁੰਦੀ ਹੈ ਉਹਦੇ ਵਿੱਚ। ਜਦੋਂ ਡੂੰਘਾ ਪਾਣੀ ਦੇ ਵਿੱਚ ਜਾਂਦੇ ਨੇ
ਡੂੰਘੇ ਪਾਣੀ ਦੇ ਵਿੱਚ ਜਾਣ ਦੇ ਨਾਲ ਕੀ ਹੁੰਦਾ ਆ, ਪ੍ਰੈਸ਼ਰ ਆ ਜਿਹੜਾ ਪਾਣੀ, ਜਿਵੇਂ ਆਪਾਂ ਪਾਣੀ ਦੇ ਵਿੱਚ ਡੂੰਘੇ ਜਾਵਾਂਗੇ ਪਾਣੀ ਦਾ ਪ੍ਰੈਸ਼ਰ ਪੈਂਦਾ ਉੱਪਰੋਂ, ਉਹਦਾ ਪ੍ਰੈਸ਼ਰ ਆ ਜਿਹੜਾ ਵੱਧ ਜਾਂਦਾ ਆ। ਜਦੋਂ ਉਹਦਾ ਪ੍ਰੈਸ਼ਰ ਬਾਹਰਲੇ ਐਟਮੋਸਫੈਰਿਕ ਪ੍ਰੈਸ਼ਰ ਦੇ ਨਾਲੋਂ ਵੱਧ ਗਿਆ ਤਾਂ ਨਾਈਟ੍ਰੋਜਨ ਵੀ ਡਿਜ਼ੋਲਵ ਕਰਨ ਲੱਗ ਜਾਂਦੀ ਹੈਗੀ ਬਲੱਡ ਦੇ ਵਿੱਚ। ਨਾਈਟ੍ਰੋਜਨ ਜਦੋਂ ਡਿਜ਼ੋਲਵ ਕਰਦੀ ਹੈ ਬਲੱਡ ਦੇ ਵਿੱਚ, ਜਿਉਂ ਹੀ ਉਹ ਪ੍ਰੈਸ਼ਰ ਤੋਂ ਬਾਹਰ ਉੱਪਰਲੇ ਪਾਸੇ ਨੂੰ ਆਉਂਦਾ, ਜਾਣੀ ਕਿ ਜਿਹੜਾ ਡਾਈਵਰ ਆ ਉਹ ਉੱਪਰਲੇ ਪਾਸੇ ਨੂੰ ਆਉਂਦਾ ਆ, ਤਾਂ ਉਹ ਜਿਹੜੀ ਨਾਈਟ੍ਰੋਜਨ ਆ ਬਬਲਸ ਬਣ ਕੇ ਬਾਹਰ ਨੂੰ ਨਿਕਲਦੀ ਹੈਗੀ। ਜਦੋਂ ਬਬਲਸ ਬਣ ਕੇ ਬਾਹਰ ਨੂੰ ਨਿਕਲਦੀ ਹੈ ਤਾਂ ਉਹ ਕਈ ਵਾਰ ਕੈਪਿਲਰੀ ਨੂੰ ਤੋੜ ਵੀ ਸਕਦੀ ਹੈਗੀ, ਕਿਉਂਕਿ ਜਿਹੜੇ ਕੈਪਿਲਰੀ ਜਿਹਦੇ ਵਿੱਚ ਬਲੱਡ ਫਲੋ ਕਰ ਰਿਹਾ ਉਹਦੇ ਵਿੱਚ ਬਬਲਸ ਬਣ ਰਹੇ ਨੇ ਨਾਈਟ੍ਰੋਜਨ ਦੇ, ਉਹ ਕੈਪਿਲਰੀ ਨੂੰ ਬਲੌਕ ਵੀ ਕਰ ਸਕਦੀ ਆ, ਉਸ ਨੂੰ ਉਹਦੀ ਬਸਟਿੰਗ ਵੀ ਹੋ ਸਕਦੀ, ਜਾਣੀ ਕਿ ਟੁੱਟ ਵੀ ਸਕਦੀ ਹੈਗੀ, ਤੇ ਟਿਸ਼ੂਜ਼ ਨੂੰ ਮਤਲਬ ਖਰਾਬ ਵੀ ਕਰ ਸਕਦੇ। ਟਿਸ਼ੂਜ਼ ਨੇ ਜਿਹੜੇ ਉਹ ਟੁੱਟ ਵੀ ਸਕਦੇ ਨੇ ਉੱਥੇ, ਜਿਹੜੇ ਜਿਨ੍ਹਾਂ ਨੇ ਕਿ ਇੰਪਲਸਿਸ ਨੇ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਭੇਜਣੇ ਨੇ। ਇਸ ਨੂੰ ਆਪਾਂ ਕੀ ਕਹਿੰਦੇ, ਇਸ ਕੰਡੀਸ਼ਨ ਕਹਿੰਦੇ ਦ ਬੈਂਡਸ, ਜਿਹੜੇ ਕਿ ਬਹੁਤ ਜ਼ਿਆਦਾ ਪੇਨਫੁਲ ਹੁੰਦੇ ਨੇ, ਡੇਂਜਰਸ ਹੁੰਦੇ ਨੇ, ਔਰ ਈਵਨ ਕਿ ਲਾਈਫ ਦੇ ਲਈ ਬਹੁਤ ਜ਼ਿਆਦਾ ਡੇਂਜਰਸ ਨੇ, ਡੈਥ ਤੱਕ ਵੀ ਹੋ ਸਕਦੀ ਹੈ। ਇਸ ਕਰਕੇ ਇਸ ਕੰਡੀਸ਼ਨ ਨੂੰ ਅਵੋਇਡ ਕਰਨ ਦੇ ਵਾਸਤੇ ਇਹਦੇ ਵਿੱਚ ਹੁਣ ਹੀਲੀਅਮ ਡਿਜ਼ੋਲਵ ਕੀਤੀ ਜਾਂਦੀ ਹੈ, ਕਿਉਂਕਿ ਹੀਲੀਅਮ ਆ ਜਿਹੜੇ ਉਹਦੇ ਪਾਰਟੀਕਲਸ ਬਹੁਤ ਛੋਟੇ ਹੁੰਦੇ ਨੇ। ਬਹੁਤ ਛੋਟੇ ਹੋਣ ਦੇ ਕਾਰਨ ਜੇਕਰ ਉਹ ਕੈਪਿਲਰੀ ਦੇ ਵਿੱਚੋਂ ਜਦੋਂ ਅਸੀਂ ਡੂੰਘੇ ਪਾਣੀ ਤੋਂ ਉੱਪਰਲੇ ਪਾਸੇ ਨੂੰ ਆਉਂਦੇ ਹੈਗੇ ਤਾਂ ਉਹ ਜਿਹੜੇ ਹੀਲੀਅਮ ਦੇ ਪਾਰਟੀਕਲਸ ਨੇ ਉਹ ਬਬਲਸ ਬਣ ਕੇ ਨਹੀਂ ਨਿਕਲਣਗੇ, ਉਹ ਜਿਹੜੀ ਕੈਪਿਲਰੀ ਦੀ ਲਾਈਨਿੰਗ ਆ, ਪਰਤ ਆ ਜਿਹੜੀ, ਉਹ ਪਰਤ ਦੇ ਵਿੱਚੋਂ ਹੀ ਬਾਹਰ ਨਿਕਲ ਜਾਂਦੇ ਨੇ, ਕਿਉਂਕਿ ਉਹ ਪਾਰਟੀਕਲਸ ਬਹੁਤ ਜ਼ਿਆਦਾ ਛੋਟੇ ਹੁੰਦੇ ਨੇ। ਇਸ ਕਰਕੇ ਉਹ ਪਾਸ ਸੈੱਲ ਦੀ ਜਿਹੜੀ ਵਾਲ ਆ ਉਹਦੇ ਵਿੱਚੋਂ ਹੀ ਪਾਸ ਕਰ ਜਾਂਦੇ ਨੇ। ਕੈਪਿਲਰੀ ਨੂੰ ਕੋਈ ਡੈਮੇਜ ਨਹੀਂ ਹੁੰਦੀ, ਲਾਈਫ ਨੂੰ ਕੋਈ ਥ੍ਰੈਟਨ ਨਹੀਂ ਹੁੰਦਾ, ਕੋਈ ਡੇਂਜਰ ਨਹੀਂ ਹੁੰਦਾ। ਇਸ ਕਰਕੇ ਐਕਸੈਸ ਆਫ ਆਕਸੀਜਨ ਆ ਜਿਹੜੀ ਉਹ ਡਿਜ਼ੋਲਵ ਕਰ ਜਾਂਦੀ ਹੈ ਬਲੱਡ ਦੇ ਵਿੱਚ, ਤੇ ਜਿਹੜੀ ਹੀਲੀਅਮ ਆ ਉਹ ਸੈੱਲ ਵਾਲ ਦੇ ਵਿੱਚੋਂ ਦੀ ਬਾਹਰ ਨਿਕਲ ਜਾਂਦੀ ਹੈ। ਇਸ ਤਰ੍ਹਾਂ ਇਹ ਡੀਪ ਜਿਹੜੇ ਡੂੰਘੇ ਪਾਣੀ ਦੇ ਵਿੱਚ ਹੇਠਾਂ ਜਾਂਦੇ ਨੇ, ਜਿਹਨੂੰ ਆਪਾਂ ਸਕੂਬਾ ਡਾਈਵਿੰਗ ਵੀ ਕਹਿੰਦੇ ਹੈਗੇ, ਉਹਦੇ ਵਿੱਚ ਵੀ ਇਸ ਤਰ੍ਹਾਂ ਆਕਸੀਜਨ ਦੇ ਜਿਹੜਾ ਅੰਡਰ ਪ੍ਰੈਸ਼ਰ ਏਅਰ ਆ ਜਿਹੜੀ ਉਸ ਦੇ ਟੈਂਕ ਲੈ ਕੇ ਜਾਂਦੇ ਨੇ, ਉਹ ਇਸ ਤਰ੍ਹਾਂ ਜਾਣੀ ਕਿ ਪ੍ਰੈਸ਼ਰ ਦਾ ਇਫੈਕਟ ਦਿਖਾਇਆ ਹੋਇਆ। ਤੁਹਾਨੂੰ ਮੈਂ ਦੱਸਾਂ ਵੀ ਪ੍ਰੈਸ਼ਰ ਦਾ ਇਫੈਕਟ ਕਿਵੇਂ ਦਿਖਾਇਆ ਹੋਇਆ। ਨੈਕਸਟ ਹੈਗਾ ਐਟ ਹਾਈ ਐਲਟੀਚਿਊਡ। ਜੇਕਰ ਹੁਣ ਇਹ ਤਾਂ ਸੀਗਾ ਆਪਾਂ ਡੂੰਘਾ ਪਾਣੀ ਦੇ ਵਿੱਚ ਗਏ ਆ, ਹੁਣ ਜੇਕਰ ਆਪਾਂ ਉੱਪਰ ਪਹਾੜਾਂ ਤੇ ਜਾਂਦੇ ਹੈਗੇ, ਉੱਪਰ ਜਦੋਂ ਉੱਪਰ ਬਹੁਤ ਹਾਈ ਐਲਟੀਚਿਊਡ ਤੇ ਆਪਾਂ ਜਾਂਦੇ ਹੈਗੇ ਤਾਂ ਉੱਥੇ ਕੀ ਆ, ਹਵਾ ਦਾ ਪ੍ਰੈਸ਼ਰ ਘਟਦਾ ਜਾਂਦਾ। ਪ੍ਰੈਸ਼ਰ ਘਟਦਾ ਤਾਂ ਉੱਥੇ ਆਕਸੀਜਨ ਘੱਟ ਹੁੰਦੀ ਹੈ, ਆਕਸੀਜਨ ਘੱਟ ਹੁੰਦੀ ਹੈ ਤਾਂ ਆਕਸੀਜਨ ਆ ਜਿਹੜੀ ਫਿਰ ਬਲੱਡ ਦੇ ਵਿੱਚ ਉਨੀ ਡਿਜ਼ੋਲਵ ਨਹੀਂ ਹੁੰਦੀ। ਨਹੀਂ ਡਿਜ਼ੋਲਵ ਹੁੰਦੀ ਤਾਂ ਹਾਈ ਐਲਟੀਚਿਊਡ ਤੇ ਕੀ ਹੁੰਦਾ ਆ, ਬਲੱਡ ਦੇ ਵਿੱਚ ਜਦੋਂ ਆਕਸੀਜਨ ਘਟਦੀ ਹੈਗੀ ਤਾਂ ਵੀਕਨੈਸ ਮਹਿਸੂਸ ਹੁੰਦੀ ਹੈ, ਕਿਉਂਕਿ ਪ੍ਰੋਪਰ ਆਕਸੀਜਨ ਮਿਲ ਨਹੀਂ ਰਹੀ ਹੈਗੀ ਬਾਡੀ ਨੂੰ, ਵੀਕਨੈਸ ਹੁੰਦੀ ਹੈ, ਤੇ ਔਰ ਬ੍ਰੇਨ ਨੂੰ ਵੀ ਆਕਸੀਜਨ ਪ੍ਰੋਪਰ ਨਹੀਂ ਮਿਲਦੀ, ਇਸ ਕਰਕੇ ਉਹ ਚੰਗੀ ਤਰ੍ਹਾਂ ਸੋਚ ਵੀ ਨਹੀਂ ਸਕਦਾ। ਇਸ ਡਿਜ਼ੀਜ਼ ਨੂੰ ਕਹਿੰਦੇ ਆਪਾਂ ਐਨੋਕਸੀਆ, ANOXIA, ਨੋਕਸੀਆ ਇਸ ਨੂੰ ਡਿਜ਼ੀਜ਼ ਨੂੰ ਕਹਿੰਦੇ ਆ, ਕਿ ਜਦੋਂ ਆਕਸੀਜਨ ਦੀ ਘੱਟ ਮਾਤਰਾ ਸਾਡੀ ਬਾਡੀ ਨੂੰ ਮਿਲਦੀ ਹੈਗੀ ਤਾਂ ਉਹਦੇ ਨਾਲ ਕੀ ਅਸੀਂ ਵੀਕਨੈਸ ਵੀ ਮਹਿਸੂਸ ਕਰਦੇ ਹਾਂ, ਪ੍ਰੋਪਰਲੀ ਸੋਚ ਸਮਝ ਵੀ ਨਹੀਂ ਸਕਦੇ, ਕੋਈ ਵਿਚਾਰ ਵੀ ਨਹੀਂ ਕਰ ਸਕਦੇ। ਨੈਕਸਟ ਹੈਗਾ ਇੱਕ ਲੰਗਸ ਦੇ ਵਿੱਚ ਦਿੱਤਾ, ਸੇਮ ਆ ਉਹ ਸਕੂਬਾ ਡਾਈਵਿੰਗ ਦੀ ਤਰ੍ਹਾਂ ਆ, ਇਨ ਦਾ ਫੰਕਸ਼ਨ ਆਫ ਲੰਗਸ। ਪੇਨਫੁਲ ਇਫੈਕਟ, ਡੀਪ ਸੀ ਦੇ ਵਿੱਚ ਜਿਹੜੇ ਪੇਨਫੁਲ ਇਫੈਕਟ ਨੂੰ ਖਤਮ ਕਰਨ ਦੇ ਵਾਸਤੇ ਆਕਸੀਜਨ ਦੇ ਨਾਲ ਹੀਲੀਅਮ ਨੂੰ ਡਿਜ਼ੋਲਵ ਕੀਤਾ, ਸੇਮ ਆ ਜਿਹੜਾ ਪਹਿਲਾਂ ਤੁਹਾਨੂੰ ਮੈਂ ਸਮਝਾਇਆ। ਇਸ ਤਰ੍ਹਾਂ ਬੇਟੇ ਇਹ ਹੈਨਰੀਜ਼ ਲਾਅ ਤੇ ਇਫੈਕਟ ਆ ਜਿਹੜਾ ਪੂਰਾ ਡਿਟੇਲ ਦੇ ਵਿੱਚ ਤੁਹਾਨੂੰ ਮੈਂ ਚੰਗੀ ਤਰ੍ਹਾਂ ਸਮਝਾ ਦਿੱਤਾ। ਇਸ ਨੂੰ ਚੰਗੀ ਤਰ੍ਹਾਂ ਸਮਝੋ, ਵੀਡੀਓ ਨੂੰ ਧਿਆਨ ਨਾਲ ਦੇਖੋ, ਸਮਝੋ, ਔਰ ਬੇਟੇ ਮੇਰੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ, ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲੇ। ਠੀਕ ਹੈ ਜੀ, ਤੇ ਮੈਂ ਤੁਹਾਡੇ ਲਈ ਇਸ ਤਰ੍ਹਾਂ ਹੀ ਹੋਰ ਵੀਡੀਓਜ਼ ਲੈ ਕੇ ਆਉਂਦੀ ਰਹੂੰਗੀ। ਨੈਕਸਟ ਇਸੇ ਤਰ੍ਹਾਂ ਆਪਾਂ ਰੋਲਸ ਲਾ ਕਰਾਂਗੇ ਫਿਰ ਵੋਲੇਟਾਈਲ ਤੇ ਨਾਨ ਵੋਲੇਟਾਈਲ ਦਾ। ਤਦ ਤੱਕ ਤੁਸੀਂ ਇਹਦੇ ਨਾਲ ਰਿਲੇਟਡ ਨੇ ਜਿਹੜੇ ਕੁਐਸਚਨਸ ਨੇ ਜਿਹੜੇ ਉਹਨਾਂ ਨੂੰ ਵੀ ਜ਼ਰੂਰ ਸੋਲਵ ਕਰੋ।